ਜਦੋਂ ਗੀਤ ਰਿਕਾਰਡ ਹੁੰਦਾ ਨਾ ਤਾਂ ਉਹ ਵੱਧ ਲੋਕਾਂ ਤੱਕ ਜਾਂਦਾ ਜੀ। ਜਿਹੜੀ ਕਿਤਾਬ ਹੈ, ਕਿਤਾਬ ਉਹਨੇ ਲੋਕਾਂ ਤੱਕ ਨਹੀਂ ਪਹੁੰਚ ਸਕਦੀ। ਗੀਤ ਦੇ ਵਿੱਚੋਂ ਅੱਗੇ ਬੋਲੀਆਂ, ਟੱਪੇ ਜੀ, ਇੱਥੋਂ ਤੱਕ ਕਵਿਸ਼ਰੀ, ਇਹ ਸਾਡੇ ਪੰਜਾਬੀਆਂ ਦਾ, ਪੰਜਾਬ ਦਾ, ਪੰਜਾਬੀ ਦਾ ਇਹ ਸਾਹਿਤ ਦਾ ਰੂਪ ਹੈ। ਤੇ ਹੋਰ ਰੂਪ ਜਿਹੜੇ ਆ ਉਹ ਬਹੁਤੇ ਬਾਹਰਲੇ ਆ। ਅੱਜ ਕੱਲ੍ਹ ਗਾਇਕੀ ਜਿਹੜੀ ਆ ਉਹ ਬਾਜ਼ਾਰ ਦਾ ਜਿਹੜਾ ਨਾ, ਮੰਡੀ ਜਿਵੇਂ ਆਪਾਂ ਕਹਿ ਦਈਏ, ਮੰਡੀ ਦੇ ਤੌਰ ਤੇ ਡਿਵੈਲਪ ਹੋਈ ਹੈ ਜੀ। ਉਦੋਂ ਸ਼ਾਇਦ ਮੰਡੀ ਦੇ ਤੌਰ ਤੇ ਨਹੀਂ ਸੀ। ਮੈਨੂੰ ਲੱਗਦਾ ਹੁੰਦਾ ਕਿ ਸ਼ਾਇਦ ਔਖੀ ਗੱਲ ਲਿਖਣੀ ਥੋੜ੍ਹੀ ਸਰਲ ਹੈ, ਸੌਖੀ ਹੈ। ਸਰਲ ਗੱਲ ਲਿਖਣੀ ਬਹੁਤ ਔਖੀ ਹੈ। ਮਤਲਬ ਮੈਂ ਆਪਣੀ ਜ਼ਿੰਦਗੀ 'ਚ ਪਹਿਲੀ ਵਾਰੀ ਜੇ ਕਿਸੇ ਸਾਹਿਤਕਾਰ ਦਾ ਨਾਮ ਸੁਣਿਆ ਤਾਂ ਸ਼ਿਵ ਕੁਮਾਰ ਬਟਾਲਵੀ ਸਾਹਿਬ ਦਾ ਨਾਮ ਸੁਣਿਆ ਸੀ, ਔਰ ਉਹ ਆਪਣੀ ਮਾਂ ਦੇ ਮੂੰਹੋਂ ਸੁਣਿਆ ਸੀ। ਉਹਨਾਂ ਨੂੰ ਸ਼ਿਵ ਬਟਾਲਵੀ ਸਾਹਿਬ ਦੀ ਬਹੁਤ ਸਾਰੀ ਕਵਿਤਾ ਜ਼ੁਬਾਨੀ ਯਾਦ ਸੀ। ਗੀਤ ਜਿਹੜਾ ਨਾ, ਗੀਤ ਅਸਲ ਦੇ ਵਿੱਚ ਪੜ੍ਹਨ ਵਾਲੀ ਜਿਹੜੀ ਹੈ ਉਹ ਮਤਲਬ ਵਿਧਾ ਨਹੀਂ ਹੈ। ਗੀਤ ਦਾ ਗਾਇਕੀ ਨਾਲ ਸੰਬੰਧ ਹੀ ਹੈ ਜੀ। ਗੀਤ ਗਾਉਣ ਦੇ ਨਾਲ ਹੀ ਦੁਨੀਆ ਦੇ ਵਿੱਚ ਫੈਲਣਾ। ਮੇਰਾ ਗੀਤ ਰਿਕਾਰਡ ਤਾਂ 96 'ਚ ਹੋਇਆ ਸੀ। ਅੱਛਾ। ਤੇ ਰਿਲੀਜ਼ ਆ ਕੇ 99 'ਚ ਹੋਇਆ। ਫਿਰ ਉਸ ਤੋਂ ਬਾਅਦ ਬਹੁਤ ਵੱਡਾ ਨਾਮ ਜਿਹੜੇ ਗਾਇਕੀ ਦੇ ਵਿੱਚ, ਹਾਕਮ ਸੂਫੀ ਸਾਹਿਬ, ਉਹਨਾਂ ਨੇ ਮੇਰਾ ਗੀਤ ਗਾਇਆ, ਜਿਨ੍ਹਾਂ ਰਾਹਾਂ 'ਚੋਂ ਤੂੰ ਆਵੇਂ ਉਹਨਾਂ ਰਾਹਾਂ ਨੂੰ ਸਲਾਮ, ਤੇਰੇ ਸ਼ਹਿਰ ਵੱਲੋਂ ਆਉਂਦੀਆਂ ਆਵਾਵਾਂ ਨੂੰ ਸਲਾਮ। ਸਾਹਿਤਕ ਹਲਕਿਆਂ 'ਚ ਮੇਰਾ ਉਸ ਗੀਤ ਨੇ ਬਹੁਤ ਸਤਿਕਾਰ ਮੈਨੂੰ ਦਵਾਇਆ। ਤੇ ਮੈਨੂੰ ਲੱਗਿਆ ਕਿ ਇਹ ਤਾਂ ਇੱਕ ਲਹਿਰ ਹੈ। ਤਾਂ ਉਸ ਲਹਿਰ ਤੋਂ ਫਿਰ ਅਚਨਚੇਤ ਮੇਰੇ ਗੱਲ ਮਨ 'ਚ ਆਈ ਕਿ ਲਹਿਰ ਕਿਸਾਨੀ ਦੀ ਇੱਕ ਲਫ਼ਜ਼ ਆਏ ਮੇਰੇ ਮਨ 'ਚ। ਫਿਰ ਗੀਤ ਬਣਿਆ ਕਿ ਪਿੰਡ ਪਿੰਡ ਤੇ ਸ਼ਹਿਰ ਸ਼ਹਿਰ ਵਿੱਚ ਲਹਿਰ ਕਿਸਾਨੀ ਦੀ। ਖੇਤਾਂ ਦੇ ਪੁੱਤ ਉੱਠੇ ਆਪਣੇ ਖੇਤ ਬਚਾਉਣ ਲਈ, ਸੜਕਾਂ ਉੱਤੇ ਆ ਗਏ ਆਪਣੀ ਆਵਾਜ਼ ਸੁਣਾਉਣ ਲਈ। ਜਾਗ ਪਈ ਹੈ ਸੌਂਦੀ ਜਾਂਦੀ ਅਣਖ ਜਵਾਨੀ ਦੀ, ਪਿੰਡ ਪਿੰਡ ਤੇ ਸ਼ਹਿਰ ਸ਼ਹਿਰ ਵਿੱਚ ਲਹਿਰ ਕਿਸਾਨੀ ਦੀ। ਮੈਂ ਕੋਈ ਗਾਣਾ ਮਿੱਥ ਕੇ ਨਹੀਂ ਲਿਖਿਆ ਕਿ ਮੈਂ ਅੱਜ ਸੋਚ ਕੇ ਬੈਠਾ ਕਿ ਮੈਂ ਗੀਤ ਲਿਖਣਾ, ਕਿਉਂਕਿ ਇਹ ਗੱਲਾਂ ਮਿੱਥ ਕੇ ਨਹੀਂ ਬਣ ਸਕਦੀਆਂ, ਇਹ ਸੁਤੇ ਸਿੱਧ ਬਣਦੀਆਂ। ਤਾਂ ਹੁਣ ਤੱਕ ਕਿੰਨੇ ਗੀਤ ਤੁਸੀਂ ਰਿਕਾਰਡ ਤੁਹਾਡੇ ਹੋ ਚੁੱਕੇ ਨੇ? ਮੇਰੇ 132 ਗੀਤ ਹੁਣ ਤੱਕ। ਜਿੰਨਾ ਰਾਵਾਂ ਚੋਂ ਤੂੰ ਆਵੇਂ ਉਹਨਾਂ ਰਾਵਾਂ ਨੂੰ ਸਲਾਮ, ਜਿੰਨਾ ਰਾਵਾਂ ਚੋਂ ਤੂੰ ਆਵੇਂ ਉਹਨਾਂ ਰਾਵਾਂ ਨੂੰ ਸਲਾਮ। ਤੇਰੇ ਸ਼ਹਿਰ ਵੱਲੋਂ ਆਉਂਦੀਆਂ, ਸ਼ਹਿਰ ਵੱਲੋਂ ਆਉਂਦੀਆਂ ਹਵਾਵਾਂ ਨੂੰ ਸਲਾਮ, ਜਿੰਨਾ ਰਾਵਾਂ ਚੋਂ ਤੂੰ ਆਵੇਂ ਉਹਨਾਂ ਰਾਵਾਂ ਨੂੰ ਸਲਾਮ। ਆਵਾਜ਼ ਤਾਂ ਥੋੜੀ ਚੰਗੀ ਆ। ਅੱਛਾ, ਇਹਦੇ ਵਿੱਚ ਆਪਾਂ ਇਹ ਹੁਣ ਦਰਸ਼ਕਾਂ ਨੇ ਜੇ ਪਾਸ ਕਰਦੀ ਫਿਰ ਕੋਈ ਗੱਲ ਨਹੀਂ, ਹੁਣ ਕਿਹੜਾ ਔਖਾ ਕੰਮ ਹੈ। ਹਾਂ, ਜਦੋਂ ਹੁਣ ਤੁਸੀਂ ਇੰਟਰਵਿਊ ਪਾਓਗੇ, ਜੇ ਥੱਲੇ ਉਹਦੇ ਕਮੈਂਟ 'ਚ ਇਹ ਆ ਗਿਆ ਵੀ ਭਾਈ ਗਾ ਲਿਆ ਕਰ, ਫਿਰ ਗਾ ਵੀ ਲਿਆ ਕਰਾਂਗੇ। ਵਿਜ਼ਨ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਕਰਨਵੀਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਹਿਤ ਦੇ ਸੰਗ। ਤੇ ਅੱਜ ਸਾਹਿਤ ਦੇ ਸੰਗ ਦੇ ਸਿਲਸਿਲੇ ਵਿੱਚ ਅਸੀਂ ਜਿਸ ਸ਼ਖਸੀਅਤ ਨਾਲ ਤੁਹਾਡੀ ਮੁਲਾਕਾਤ ਕਰਾਉਣੀ ਆ, ਉਹਨਾਂ ਦਾ ਜਿਹੜਾ ਸਫ਼ਰ ਹੈ ਕਲਮ ਦਾ ਕਾਫੀ ਲੰਮਾ ਹੈ। ਭਾਵੇਂ ਕਹਿ ਦਈਏ ਪੰਜਾਬੀ ਅਤੇ ਸਾਹਿਤ ਜਗਤ ਦੇ ਵਿੱਚ ਗੀਤਕਾਰੀ ਨੂੰ ਸਾਹਿਤ ਦਾ ਹਿੱਸਾ ਜਿਹੜਾ ਬਹੁਤ ਮਕਬੂਲ ਨਹੀਂ ਕੀਤਾ ਗਿਆ, ਜਿਹੜੀ ਇੱਕ ਤਰਾਸਦੀ ਵੀ ਹੈ। ਪਰ ਜਦੋਂ ਵੀ ਆਪਾਂ ਪੁਰਾਣੇ ਵੇਲਿਆਂ ਦੀ ਪੰਜਾਬ ਦੀ ਲੋਕਧਾਰਾ ਸੱਭਿਆਚਾਰ ਦੀ ਗੱਲ ਕਰਦੇ ਹਾਂ ਤਾਂ ਇਹ ਆਉਂਦਾ ਵੀ ਜਿਹੜੀਆਂ ਅੱਜ ਦੀਆਂ ਵਿਧਾਵਾਂ ਨੇ, ਚਾਹੇ ਉਹ ਗਜ਼ਲ ਹੈ, ਕਵਿਤਾ, ਨਜ਼ਮ, ਨਾਟਕ ਹੈ, ਤਾਂ ਇਹ ਸਾਰੀਆਂ ਦੂਜੇ ਸੱਭਿਆਚਾਰ ਵਿੱਚੋਂ ਆਈਆਂ ਨੇ। ਪਰ ਜਦੋਂ ਆਪਣੀ ਸੱਭਿਆਚਾਰਕ ਰਚਨਾਵਾਂ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਗੀਤ, ਲੋਕ ਗੀਤ, ਸਾਖੀਆਂ, ਕਹਾਣੀਆਂ ਮੁੱਢ ਕਦੀਮ ਤੋਂ ਚਲੀਆਂ ਆ ਰਹੀਆਂ ਨੇ। ਅਤੇ ਲੋਕਾਂ ਦੇ ਵਿੱਚ ਵੀ ਜਵਾਨੀ ਨੇ ਜਿਹੜੇ ਹੁਣ ਤੱਕ ਉਹ ਗੀਤ ਹੀ ਮਕਬੂਲ ਹੋਏ ਨੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਸ ਸ਼ਖਸੀਅਤ ਨਾਲ ਅਸੀਂ ਤੁਹਾਡੀ ਮੁਲਾਕਾਤ ਕਰਾਉਣੀ ਹੈ, ਉਹਨਾਂ ਦੇ ਗੀਤ ਵੀ ਪੰਜਾਬੀ ਲੋਕਾਂ ਦੇ ਵਿੱਚ ਬੜੇ ਮਕਬੂਲ ਹੋਏ ਨੇ। ਭਾਵੇਂ 1996 ਤੋਂ ਉਹਨਾਂ ਨੇ ਲਿਖਣਾ ਸ਼ੁਰੂ ਕੀਤਾ, ਪਰ 2021 ਆਉਂਦੇ ਆਉਂਦੇ ਹੁਣ ਤੱਕ 150 ਤੋਂ ਉੱਤੇ ਗੀਤ ਉਹਨਾਂ ਦੇ ਲੋਕਾਂ ਨੇ ਸੁਣੇ ਨੇ। ਅਤੇ ਉਸ ਤੋਂ ਇਲਾਵਾ ਕਾਫੀ ਜਿਹੜੇ ਮਕਬੂਲ ਕਲਾਕਾਰ ਉਹਨਾਂ ਵੱਲੋਂ ਗਾਏ ਗਏ ਨੇ। ਖਾਸ ਤੌਰ 'ਤੇ ਬਲਕਾਰ ਸਿੱਧੂ ਉਹਨਾਂ ਵੱਲੋਂ ਗਾਇਆ ਗਿਆ ਗੀਤ ਮੈਂ ਤੇਰਾ ਪੁੱਤ ਲਾਡਲਾ, ਦੌਲਤਾਂ ਹੀ ਮਿਲ ਗਈਆਂ, ਸ਼ੌਹਰਤਾਂ ਹੀ ਮਿਲ ਗਈਆਂ, ਹਰਭਜਨ ਮਾਨ ਬੰਦਾ ਲੋਕੋ ਆਪਣੇ ਬੱਚਿਆਂ ਨੂੰ ਸਰਹੰਦ ਵਿਖਾ ਕੇ ਲਿਆਇਓ। ਅਤੇ ਉਹਨਾਂ ਦੀ ਗੀਤਕਾਰੀ ਦੇ ਵਿੱਚ ਇੱਕ ਸੁਨੇਹਾ ਹੈ। ਭਾਵੇਂ ਇਸ ਤੇਜ਼ੀ ਵਾਲੇ ਜ਼ਿੰਦਗੀ ਦੇ ਵਿੱਚ ਰੌਲੇ ਰੱਪੇ ਵਾਲੇ ਗੀਤ ਰਹਿ ਗਏ ਨੇ, ਪਰ ਫਿਰ ਵੀ ਉਹਨਾਂ ਨੇ ਇਹ ਜ਼ਿੰਮੇਵਾਰੀ ਬੜੇ ਹੀ ਇਮਾਨਦਾਰੀ ਨਿਭਾਈ ਹੈ ਕਿ ਉਹਨਾਂ ਦੀ ਕਲਮ ਨੇ ਸਮਾਜ ਨੂੰ ਸੇਧ ਦਿੰਦੇ ਹੋਏ ਗੀਤ ਗਾਏ ਨੇ। ਸੋ ਮੈਂ ਗੱਲ ਕਰ ਰਿਹਾ ਜੀ ਮਨਪ੍ਰੀਤ ਟਵਾਣਾ ਜੀ ਦੀ। ਉਹਨਾਂ ਦਾ ਪ੍ਰੋਗਰਾਮ ਵਿੱਚ ਸਵਾਗਤ ਕਰ ਲੈਂਦੇ ਅਤੇ ਗੱਲਾਂ ਬਾਤਾਂ ਕਰਦੇ ਉਹਨਾਂ ਦੀ ਜ਼ਿੰਦਗੀ ਦੇ ਅਤੇ ਕਲਮ ਦੇ ਸਫ਼ਰ ਬਾਰੇ। ਟਵਾਣਾ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਔਰ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂ ਪ੍ਰੋਗਰਾਮ ਸਾਹਿਬ ਦੇ ਸੰਗ ਵਿੱਚ। ਮਿਹਰਬਾਨੀ ਤੁਹਾਡੀ। ਤੇ ਟਵਾਣਾ ਜੀ ਬੜੇ ਖੂਬਸੂਰਤ ਗੀਤ ਤੁਸੀਂ ਲਿਖੇ ਨੇ ਜੀ ਤੇ ਲੰਮਾ ਅਰਸਾ ਤਕਰੀਬਨ 20-21 ਸਾਲ ਹੋ ਗਏ ਜਦੋਂ ਤੁਹਾਡੇ ਗੀਤ ਜਿਹੜੇ ਸੁਣਦੇ ਆ ਰਹੇ ਹਾਂ। ਸ਼ੁਕਰੀਆ। ਤੇ ਕਦੀ ਉਦੋਂ ਤਾਂ ਸਾਨੂੰ ਹਜੇ ਯਾਦ ਵੀ ਨਹੀਂ ਹੁੰਦਾ ਸੀ ਵੀ ਕਿਹਨੇ ਲਿਖਿਆ ਗੀਤ। ਉਦੋਂ ਤਾਂ ਗੀਤਕਾਰਾਂ ਜਿਹੜੇ ਨਾਲ ਆਵਾਜ਼ ਸੁਣਦੇ ਸੀ ਉਹਦਾ ਹੀ ਨਾ ਚੇਤੇ ਹੁੰਦਾ ਸੀ। ਜੀ ਜੀ। ਹੌਲੀ ਹੌਲੀ ਜਾ ਕੇ ਪਤਾ ਲੱਗੇ ਭਾਈ ਜਿਹੜੇ ਇੰਨੇ ਸੋਹਣੇ ਬੋਲ ਨੇ ਇਹ ਲਿਖਣ ਵਾਲੇ ਕੋਈ ਹੋਰ ਨੇ, ਇਹ ਉਹ ਨਹੀਂ ਜਿਨ੍ਹਾਂ ਨੇ ਗਾਇਆ ਜੀ। ਤੇ ਪਰ ਟਵਾਣਾ ਜੀ ਗੱਲਾਂ ਦਾ ਸਿਲਸਿਲਾ ਆਪਾਂ ਸਾਰਾ ਤੁਹਾਡੇ ਨਾਲ ਕਰਾਂਗੇ, ਪਰ ਮੈਂ ਇੱਕ ਗੱਲ ਆ, ਸਾਡਾ ਜਿਹੜਾ ਪ੍ਰੋਗਰਾਮ ਹੁੰਦਾ ਅਸੀਂ ਇਹਦੇ ਵਿੱਚ ਬਹੁਤਾ ਕਰਕੇ ਜਿਹੜੇ ਲੇਖਕ ਨੇ ਜਿਨ੍ਹਾਂ ਨੇ ਕਾਫੀ ਕਿਤਾਬਾਂ ਲਿਖਤੀਆਂ ਹਨ ਤੇ ਕੋਈ ਗਜ਼ਲ ਕਵਿਤਾ ਜੋ ਸਾਹਿਤ ਦੀਆਂ ਵਿਧਾਂ ਕਹੀਆਂ ਜਾਂਦੀਆਂ ਨੇ ਉਹਦੇ ਨਾਲ ਜੁੜੇ ਹੁੰਦੇ ਨੇ, ਆਪਾਂ ਗੱਲਬਾਤ ਕਰਦੇ ਹਾਂ ਜੀ। ਪਰ ਜਿਵੇਂ ਤੁਸੀਂ ਜਿਹੜਾ ਸ਼ੁਰੂਆਤ ਤੁਸੀਂ ਕੀਤੀ ਹੈ ਉਹ ਹੈਗੀ ਆ ਗੀਤਕਾਰੀ ਤੋਂ, ਗੀਤ ਲਿਖਣੇ ਜੀ। ਪਰ ਇੱਕ ਥੋੜੀ ਜਿਹੀ ਗੱਲ ਜਦੋਂ ਆ ਜਾਂਦੀ ਹੈ ਨਾ ਸਾਹਿਤਕਾਰੀ ਦੇ ਵਿੱਚ, ਉਹ ਗੀਤਕਾਰ ਨੂੰ ਗੀਤਾਂ ਨੂੰ ਸਾਹਿਤ ਵਿਧਾ ਦੇ ਵਿੱਚ ਨਹੀਂ ਲੈਂਦੇ। ਇਹਦੇ ਕਾਤੇ ਧੱਕਾ ਕਿਉਂ ਹੈ? ਦੇਖੋ ਇਹ ਧੱਕਾ ਤਾਂ ਕਰਨ ਵਾਲੇ ਦੱਸ ਸਕਦੇ ਆ ਇਹ ਕਿਉਂ ਹੈ ਜੀ। ਬਾਕੀ ਮੈਨੂੰ ਇਹ ਲੱਗਦਾ ਹੁੰਦਾ ਕਿ ਜਦੋਂ ਗੀਤ ਰਿਕਾਰਡ ਹੁੰਦਾ ਨਾ ਤਾਂ ਉਹ ਵੱਧ ਲੋਕਾਂ ਤੱਕ ਜਾਂਦਾ ਜੀ। ਜਿਹੜੀ ਕਿਤਾਬ ਹੈ, ਕਿਤਾਬ ਉਹਨੇ ਲੋਕਾਂ ਤੱਕ ਨਹੀਂ ਪਹੁੰਚ ਸਕਦੀ। ਬਾਕੀ ਜਿਹੜਾ ਬਹੁਤ ਸਾਡੇ ਸਾਹਿਤ ਦੇ ਰੂਪ ਨੇ ਜੀ, ਜਿਹੜੇ ਮੈਨੂੰ ਲੱਗਦਾ ਹੁੰਦਾ ਕਿ ਬੇਸਿਕਲੀ ਪੰਜਾਬੀ ਮੂਲ ਦੇ ਨਹੀਂ ਆ। ਉਹ ਜਿਹੜਾ ਗੀਤ ਹੈ ਉਹ ਸਾਡਾ ਪੰਜਾਬੀਆਂ ਦਾ, ਚਾਹੇ ਉਹ ਗੀਤ ਦੇ ਵਿੱਚੋਂ ਅੱਗੇ ਬੋਲੀਆਂ ਟੱਪੇ ਜੀ ਇੱਥੋਂ ਤੱਕ ਕਵਿਸ਼ਰੀ, ਇਹ ਸਾਡਾ ਪੰਜਾਬੀਆਂ ਦਾ, ਪੰਜਾਬ ਦਾ, ਪੰਜਾਬੀ ਦਾ ਇਹ ਸਾਹਿਤ ਦਾ ਰੂਪ ਹੈ। ਤੇ ਹੋਰ ਰੂਪ ਜਿਹੜੇ ਆ ਉਹ ਬਹੁਤੇ ਬਾਹਰਲੇ ਹੈ ਜੀ, ਜਿਵੇਂ ਖੁੱਲੀ ਕਵਿਤਾ, ਗਜ਼ਲ, ਉਹ ਪੰਜਾਬੀ ਤੋਂ ਬਾਹਰੋਂ ਹੋਰ ਭਾਸ਼ਾਵਾਂ ਚੋਂ, ਨਾਵਲ, ਜਿੰਨੇ ਵੀ ਵਿਧਾਵਾਂ ਕਹਿ ਦਈਏ ਉਹ ਜ਼ਿਆਦਾਤਰ ਜਿਹੜੇ ਬਾਹਰੋਂ ਆਏ ਹੋਏ ਜੀ। ਤੇ ਸਾਡਾ ਜਿਹੜਾ ਇਹ ਪਾੜਾ ਜਿਹੜਾ ਤੁਸੀਂ ਜ਼ਿਕਰ ਕੀਤਾ, ਇਹ ਹੋਣਾ ਨਹੀਂ ਚਾਹੀਦਾ, ਪਰ ਇਹ ਬਦਕਿਸਮਤੀ ਨਾਲ ਇਹ ਪਾੜਾ ਹੈਗਾ। ਜਦੋਂ ਤੱਕ ਅਸੀਂ ਇਹ ਪਾੜਾ ਦੂਰ ਕਰਨ ਦੀ ਕੋਸ਼ਿਸ਼ ਨਹੀਂ ਕਰਦੇ, ਸੁਚੇਤ ਤੌਰ 'ਤੇ ਜਿੰਨੇ ਵੀ ਜਿਹੜੇ ਸਾਹਿਤਕਾਰ ਨੇ ਉਹ ਕਿਸੇ ਵੀ ਵਿਧਾ 'ਚ ਲਿਖਦੇ ਆ, ਜਦੋਂ ਉਹ ਗੀਤਾਂ ਵੱਲ ਅਸੀਂ ਜਿਵੇਂ ਕਹਿੰਦੇ ਹਾਂ ਕਿ ਗੀਤ ਬਹੁਤ ਕਈ ਵਾਰੀ ਕਿਹਾ ਜਾਂਦਾ ਕਿ ਗੀਤ ਇੱਦਾਂ ਨਹੀਂ ਆ ਰਹੇ ਜਿੱਦਾਂ ਦੇ ਹੋਣੇ ਚਾਹੀਦੇ, ਅਸੀਂ ਮਾਡਲ ਦੇਣ ਦੀ ਕੋਸ਼ਿਸ਼ ਘੱਟ ਕਰਦੇ ਹਾਂ ਕਿ ਕਿੱਦਾਂ ਦੇ ਗੀਤ ਹੋਣੇ ਚਾਹੀਦੇ। ਉਸ ਤਰ੍ਹਾਂ ਦਾ ਮਾਡਲ ਦੇਣ ਦੀ ਲੋੜ ਹੈ। ਲਿਖਤਾਂ ਜਿਹੜੇ ਗੀਤ ਕਿਤਾਬਾਂ ਦੇ ਵਿੱਚ ਹੈਗੇ ਉਹਨਾਂ ਨੂੰ ਰਿਕਾਰਡ ਕਰਨ ਦੀ ਵੀ ਲੋੜ ਹੈ। ਤੇ ਜਿਹੜੇ ਗੀਤਕਾਰਾਂ ਦੇ ਗੀਤ ਰਿਕਾਰਡ ਹੋ ਰਹੇ ਆ ਉਹਨਾਂ ਦੀਆਂ ਕਿਤਾਬਾਂ ਵੀ ਛਪਣੀਆਂ ਚਾਹੀਦੀਆਂ ਜੀ। ਕਿਉਂਕਿ ਜਦੋਂ ਪੁਰਾਣੇ ਲੇਖਕਾਂ ਦੀ ਗੱਲ ਕਰਦੇ, ਸ਼ਾਇਦ ਨੰਦ ਲਾਲ ਨੂਰਪੁਰੀ ਜੀ ਹੈਗੇ ਨੇ ਜਿਨ੍ਹਾਂ ਨੂੰ ਇਹ ਸਾਹਿਤਕਾਰ ਦੇ ਵਿੱਚ ਥੋੜੀ ਮਾਨਤਾ ਜਿਹੜੀ ਮਿਲੀ ਹੈ। ਬਹੁਤ ਸਾਰੇ ਗੀਤਕਾਰ, ਮਤਲਬ ਬਹੁਤ ਸਾਰੇ ਜਿਹੜੇ ਸਾਹਿਤਕਾਰ ਨੇ ਉਹਨਾਂ ਨੇ ਗੀਤ ਲਿਖੇ, ਰਿਕਾਰਡ ਵੀ ਹੋਏ। ਸ਼ਿਵ ਬਟਾਲਵੀ ਸਾਹਿਬ ਦੇ ਵੀ ਲਿਖੇ, ਪ੍ਰੋਫੈਸਰ ਮੋਹਨ ਸਿੰਘ ਜੀ ਦੇ ਰਿਕਾਰਡ ਹੋਏ, ਨੂਰਪੁਰੀ ਸਾਹਿਬ ਦਾ ਤੁਸੀਂ ਜ਼ਿਕਰ ਕੀਤਾ, ਤੇ ਧਨੀ ਰਾਮ ਚਾਤਰਿਕ ਜੀ ਦਾ ਬੜੀ ਪੁਰਾਣਾ ਜਿਹੜਾ ਦੌਰ ਸੀ। ਉਹਨਾਂ ਦੀ ਪਹਿਚਾਣ ਆ ਜਿਹੜੀ ਨਾ ਇੱਕ ਲੇਖਕ ਦੇ ਤੌਰ ਤੇ, ਕਵੀ ਦੇ ਤੌਰ ਤੇ ਬਣ ਜਾਂਦੀ ਆ, ਭਾਵੇਂ ਉਹਨਾਂ ਨੇ ਗੀਤ ਲਿਖੇ। ਦੇਖੋ ਗੱਲ ਇਹ ਹੈ ਕਿ ਉਹ ਬੇਸ਼ੱਕ ਉਦੋਂ, ਕਿਉਂਕਿ ਦੋ ਤਰ੍ਹਾਂ ਦੇ ਗੱਲ ਹੈ ਕਿ ਇੱਕ ਤਾਂ ਬਾਜ਼ਾਰ, ਅੱਜ ਕੱਲ੍ਹ ਗਾਇਕੀ ਜਿਹੜੀ ਆ ਉਹ ਬਾਜ਼ਾਰ ਦਾ ਜਿਹੜਾ ਨਾ ਮੰਡੀ, ਜਿਵੇਂ ਆਪਾਂ ਕਹਦੀਏ ਮੰਡੀ ਦੇ ਤੌਰ ਤੇ ਡਿਵੈਲਪ ਹੋਈ ਹੈ ਜੀ। ਉਦੋਂ ਸ਼ਾਇਦ ਮੰਡੀ ਦੇ ਤੌਰ ਤੇ ਨਹੀਂ ਸੀ। ਤੇ ਜਿਹੜਾ ਬਲਕਿ ਉਦੋਂ ਤਾਂ ਸਟੇਜੀ ਸ਼ਾਇਰੀ ਦਾ ਦੌਰ ਸੀ। ਉਦੋਂ ਇੱਕ ਦੌਰ ਐਸਾ ਵੀ ਆਇਆ ਜਦੋਂ ਜਿਹੜੇ ਸ਼ਾਇਰ ਸੀ ਉਹ ਆਪਦੀ ਕਵਿਤਾ, ਆਪਦੀ ਗਜ਼ਲ, ਆਪਦੀ ਰੁਬਾਈ ਜਾਂ ਆਪਦਾ ਗੀਤ ਸਟੇਜ ਦੇ ਉੱਤੇ ਕਹਿੰਦੇ ਸੀ, ਤੇ ਉਹ ਮਤਲਬ ਉਸੇ ਤਰ੍ਹਾਂ ਹੀ ਪਪੂਲਰ ਸੀਗੇ ਜਿਵੇਂ ਆਪਾਂ ਅੱਜ ਕੱਲ੍ਹ ਦੀ ਜਿਵੇਂ ਗਾਇਕੀ ਆਪਾਂ ਕਹਿ ਦਿੰਦੇ ਹਾਂ। ਕਿਉਂਕਿ ਜਦੋਂ ਵੀ ਆਪਾਂ ਪੁਰਾਣੇ ਪੰਜਾਬੀ ਸੱਭਿਆਚਾਰ ਦੀ ਜਾਂ ਕਿਸੇ ਵੀ ਲੋਕ ਧਾਰਾ ਦੀ ਗੱਲ ਕਰਦੇ ਹਾਂ ਜੀ, ਤਾਂ ਉਹਦੇ ਵਿੱਚ ਜਿਹੜਾ ਇੱਕ ਜ਼ੁਬਾਨੀ ਸਾਹਿਤ ਹੈ ਉਹ ਗੀਤਾਂ ਬੋਲੀਆਂ ਦੇ ਰਾਹੀਂ ਹੀ ਅੱਗੇ ਆਇਆ। ਜਾਂ ਤਾਂ ਆਪਣੇ ਕੋਲ ਸਾਖੀਆਂ ਸੀ, ਬਾਤਾਂ ਨੇ, ਇਹ ਲੋਕ ਬੋਲੀਆਂ ਨੇ, ਇਹ ਚੀਜ਼ਾਂ ਜ਼ਿਆਦਾ ਮਕਬੂਲ ਸੀ। ਹਾਂ, ਇੱਥੋਂ ਤੱਕ ਕਿ ਬੁਝਾਰਤਾਂ ਸੀਗੀਆਂ, ਹੈ ਨਾ, ਇਹਨੂੰ ਰੀਜ਼ਨਿੰਗ ਕਹਿ ਦਈਏ। ਤੇ ਸੋ ਇਹ ਚੀਜ਼ਾਂ ਜਿਹੜੀਆਂ ਇਹ ਸਾਡੀ ਵਿਰਾਸਤ ਹੈ। ਬਾਕੀ ਜਿਹੜਾ ਮੈਂ ਪਹਿਲਾਂ ਵੀ ਜ਼ਿਕਰ ਕੀਤਾ, ਜਿਵੇਂ ਕਿ ਗੀਤ ਆ ਨਾ, ਜਿਹੜਾ ਮੈਨੂੰ ਲੱਗਦਾ ਹੁੰਦਾ ਕਿ ਸ਼ਾਇਦ ਔਖੀ ਗੱਲ ਲਿਖਣੀ ਥੋੜ੍ਹੀ ਸਰਲ ਹੈ, ਸੌਖੀ ਹੈ। ਸਰਲ ਗੱਲ ਲਿਖਣੀ ਬਹੁਤ ਔਖੀ ਹੈ। ਮਤਲਬ ਲੋਕ ਮੁਹਾਵਰੇ 'ਚ ਜਿਹੜੀ ਗੱਲ ਹੈ, ਫਰਜ਼ ਕਰ ਲਓ ਜਿਵੇਂ ਕੋਈ ਵੀ ਉਦਾਹਰਨ ਲੈ ਲਓ ਤੁਸੀਂ ਕਿਸੇ ਵੀ ਗੀਤ ਦੀ ਜਾਂ ਕਿਸੇ ਵੀ ਜਿਹੜੀ ਕਵਿਸ਼ਰੀ ਦਾ, ਉਹ ਲੋਕਾਂ 'ਚ ਅੱਜ ਤੱਕ ਕਿਉਂ ਜਿਉਂਦੀਆਂ? ਕਿਉਂਕਿ ਉਹ ਬਹੁਤ ਸਰਲ ਭਾਸ਼ਾ 'ਚ ਨੇ। ਉਹ ਗੀਤ ਜਿਹੜੇ ਆ ਉਹ ਬਹੁਤ ਸਰਲ ਭਾਸ਼ਾ 'ਚ, ਸੌਖੀ ਭਾਸ਼ਾ 'ਚ, ਤੇ ਉਹ ਲੰਮਾ ਸਮਾਂ ਫਿਰ ਉਹ ਜਿਉਂਦੇ ਆ। ਕੋਈ ਵੀ ਚੀਜ਼ ਹੈ ਜੀ ਜਦੋਂ ਉਹ ਕਹਿ ਦਈਏ ਲੋਕਾਂ ਦੇ ਕਰੀਬ ਉਹਨਾਂ ਨੂੰ ਲੱਗਦੀ ਹੈ ਵੀ ਸਾਡੀ ਉਹ ਗੱਲ ਕੀਤੀ ਜਾ ਰਹੀ ਹੈ, ਤੇ ਤਾਂ ਹੀ ਉਹ ਲੋਕਾਂ ਦੇ ਵਿੱਚ ਜ਼ਿਆਦਾ ਮਕਬੂਲ ਹੁੰਦੀ ਆ। ਤੇ ਟਵਾਣਾ ਜੀ, ਇਹ ਤਾਂ ਚਲੋ ਆਪਾਂ ਤੁਹਾਡੇ ਸਾਹਿਤਕ ਗੀਤ ਜਿਹੜੇ ਗੀਤਕਾਰੀ ਨਾਲ ਜੁੜੇ ਹੋਣ ਦੀ ਗੱਲ ਕੀਤੀ, ਪਰ ਇਹਦੇ ਨਾਲ ਜੁੜਨ ਦਾ ਸਬੱਬ ਕਿੱਦਾਂ ਬਣ ਗਿਆ? ਦੇਖੋ
ਮੈਨੂੰ ਲੱਗਦਾ ਹੁੰਦਾ ਕਿ ਕਿਸੇ ਵੀ ਬੰਦੇ ਨੂੰ ਨਹੀਂ ਪਤਾ ਲੱਗਦਾ ਹੁੰਦਾ ਕਿ ਮੈਂ ਇਹ ਕਿਉਂ ਕਰ ਰਿਹਾ, ਹੈ ਨਾ। ਤੁਹਾਨੂੰ ਕੁਦਰਤੀ ਕਹਿ ਲਓ ਜੀ, ਤੁਹਾਨੂੰ ਤੁਹਾਡੇ ਜੀਨਸ ਕਹਿ ਲਓ, ਤੁਹਾਡੇ ਅੰਦਰ ਉਸ ਤਰ੍ਹਾਂ ਦੇ ਹੁੰਦੇ ਆ, ਜਾਂ ਕੁਝ ਘਟਨਾਵਾਂ ਐਸੀਆਂ ਕਈ ਬੰਦਿਆਂ ਦੀ ਜ਼ਿੰਦਗੀ 'ਚ ਵਾਪਰਦੀਆਂ। ਸੋ ਮਾਲਕ ਬੀਜ ਤਾਂ ਤੁਹਾਡੇ ਅੰਦਰ ਬੀਜ ਦਿੰਦਾ, ਕਲਾ ਦਾ ਕੋਈ ਵੀ ਹੈ, ਕਿਸੇ ਤਰ੍ਹਾਂ ਦੀ ਵੀ ਕਲਾ। ਉਸ ਤੋਂ ਬਾਅਦ ਫਿਰ ਉਹਨੂੰ ਮਾਹੌਲ ਕਿਸ ਤਰ੍ਹਾਂ ਦਾ ਮਿਲਦਾ, ਉਸੇ ਤਰ੍ਹਾਂ ਹੀ ਮੇਰੇ ਨਾਲ ਹੋਇਆ। ਜਿਵੇਂ ਆਮ ਇੱਕ ਉਮਰ ਹੁੰਦੀ ਹੈ 9ਵੀਂ 10ਵੀਂ ਜਦੋਂ ਆਪਾਂ ਪੜ੍ਹਦੇ ਹੁੰਦੇ ਹਾਂ, ਜਦੋਂ ਆਪਾਂ ਡਾਇਰੀਆਂ ਦੇ ਉੱਤੇ ਆਪਣੀਆਂ ਜਿਹੜੀਆਂ ਰਫ ਕਾਪੀਜ਼ ਹੁੰਦੀਆਂ ਹੈ ਨਾ ਸਕੂਲ ਦੀਆਂ, ਉਹਨਾਂ ਦੇ ਉੱਤੇ ਆਪਾਂ ਸ਼ੇਅਰ ਲਿਖਦੇ ਹਾਂ, ਪਿਛਲੇ ਪੇਜਾਂ ਤੇ ਉਹ ਵੀ, ਹਾਂ। ਤੇ ਉਹ ਜਦੋਂ ਸਾਨੂੰ ਸ਼ਾਇਰੀ ਚੰਗੀ ਲੱਗਦੀ ਹੈ, ਗੀਤ ਚੰਗੇ ਲੱਗਦੇ ਆ, ਉਹ ਉਮਰ ਐਸੀ ਹੁੰਦੀ ਉਹਦੇ ਜਜ਼ਬੇ ਹੁੰਦੇ ਆ, ਬਹੁਤ ਕੁਝ ਅੰਦਰ ਤੁਹਾਡੇ ਅੰਦਰ ਇੱਕਦਮ, ਜਿਵੇਂ ਕਹਿੰਦਾ ਨਾ ਜਜ਼ਬਿਆਂ ਦਾ ਬੇਰੋਕ ਉਛਾਲਾ ਹੁੰਦਾ। ਤਾਂ ਉਸ ਉਛਾਲੇ 'ਚ ਕਈ ਫਿਰ ਉਸ ਵਹਾਅ 'ਚ ਵਹਿ ਤੁਰਦੇ ਆ, ਕਈ ਬਾਅਦ ਦੇ ਵਿੱਚ ਹੋਰ ਆਪਦੀ ਜ਼ਿੰਦਗੀ ਦੇ ਵਿੱਚ ਹੋਰ ਰੂਪ ਅਖਤਿਆਰ ਕਰ ਲੈਂਦੇ, ਹੋਰ ਲਾਈਨ ਅਖਤਿਆਰ ਕਰ ਲੈਂਦੇ। ਸੋ ਮੇਰੇ ਅੰਦਰ ਵੀ ਉਸੇ ਤਰ੍ਹਾਂ ਹੀ ਹੋਇਆ। ਮੈਂ 9ਵੀਂ 10ਵੀਂ 'ਚ ਪੜ੍ਹਦਾ ਹੁੰਦਾ ਸੀ ਅਤੇ ਮੈਨੂੰ ਪੜ੍ਹਨ ਦਾ ਬਹੁਤ ਸ਼ੌਕ ਸੀ ਸ਼ੁਰੂ ਤੋਂ। ਪੜ੍ਹਨ ਦਾ ਇਹ ਨਹੀਂ ਕਿ ਜਿਹੜੀ ਸਿਲੇਬਸ ਦੀ ਪੜ੍ਹਾਈ, ਆਊਟ ਆਫ ਸਿਲੇਬਸ, ਮੈਨੂੰ ਪੜ੍ਹਨ ਦਾ ਜ਼ਿਆਦਾ ਸ਼ੌਕ ਸੀ। ਲਿਟਰੇਚਰ, ਸਾਹਿਤ ਪੜ੍ਹਨ ਦਾ, ਹੈ ਨਾ, ਗੀਤ ਸੰਗੀਤ ਸੁਣਨ ਦਾ ਵੀ ਸ਼ੌਕ ਸੀ ਸ਼ੁਰੂ ਤੋਂ, ਜਿਵੇਂ ਆਮ ਹਰ ਬੱਚੇ ਨੂੰ ਹੁੰਦਾ। ਅਤੇ ਘਰੇ ਮਾਹੌਲ ਇਹ ਸੀ ਵੀ ਮੇਰੀ ਮਾਤਾ ਨੂੰ ਬਹੁਤ ਸ਼ੌਕ ਹੈ ਲਿਟਰੇਚਰ ਪੜ੍ਹਨ ਦਾ। ਮਤਲਬ ਮੈਂ ਆਪਣੀ ਜ਼ਿੰਦਗੀ 'ਚ ਪਹਿਲੀ ਵਾਰੀ ਜੇ ਕਿਸੇ ਸਾਹਿਤਕਾਰ ਦਾ ਨਾਮ ਸੁਣਿਆ ਤਾਂ ਸ਼ਿਵ ਕੁਮਾਰ ਬਟਾਲਵੀ ਸਾਹਿਬ ਦਾ ਨਾਮ ਸੁਣਿਆ ਸੀ, ਔਰ ਉਹ ਆਪਦੀ ਮਾਂ ਦੇ ਮੂੰਹੋਂ ਸੁਣਿਆ ਸੀ। ਉਹਨਾਂ ਨੂੰ ਸ਼ਿਵ ਬਟਾਲਵੀ ਸਾਹਿਬ ਦੀ ਬਹੁਤ ਸਾਰੀ ਕਵਿਤਾ ਜ਼ੁਬਾਨੀ ਯਾਦ ਸੀ। ਮੇਰੇ ਨਾਨਾ ਜੀ ਵੰਡ ਵੇਲੇ ਉੱਧਰਲੇ ਪੰਜਾਬ ਤੋਂ ਇੱਧਰ ਆ ਕੇ ਵਸੇ ਸੀ, ਅਤੇ ਉਹ ਰਸਮੀ ਸਿੱਖਿਆ ਬਹੁਤ ਘੱਟ ਪੜ੍ਹੇ ਸੀ, ਲੇਕਿਨ ਉਹਨਾਂ ਨੂੰ ਜ਼ੁਬਾਨੀ ਬਹੁਤ ਕੁਝ ਯਾਦ ਸੀ। ਉਰਦੂ ਸ਼ਾਇਰੀ ਬਹੁਤ ਯਾਦ ਸੀ, ਅਤੇ ਉਹਨਾਂ ਦਾ ਤਲਫਜ਼ ਬਹੁਤ ਕਮਾਲ ਸੀ। ਉਹ ਜ਼ਿੰਦਗੀ ਨੂੰ ਜ਼ਿੰਦਗੀ ਬੋਲਦੇ ਸੀ, ਜ਼ਿੰਦਗੀ ਨੂੰ ਜ਼ਿੰਦਗੀ ਨਹੀਂ ਕਹਿੰਦੇ ਸੀ। ਅਤੇ ਸੋ ਇਹ ਚੀਜ਼ਾਂ ਨੇ ਮੇਰੇ 'ਤੇ ਅਸਰ ਪਾਇਆ। ਤੇ ਘਰ ਦੇ ਵਿੱਚ ਹੀ ਮਾਹੌਲ ਸੀ, ਮਤਲਬ ਇੱਕ ਤਰ੍ਹਾਂ ਨਾਲ ਬਚਪਨ 'ਚ ਉਹ ਚੀਜ਼ਾਂ ਅਚੇਤ ਰੂਪ 'ਚ ਤੁਹਾਡੇ ਅੰਦਰ ਰਹੀਆਂ। ਅਤੇ ਮੈਨੂੰ ਸ਼ੌਕ ਹੋਣ ਦੇ ਨਾਲ ਫਿਰ ਅਧਿਆਪਕ ਮੈਨੂੰ ਇਸ ਤਰ੍ਹਾਂ ਦੇ ਮਿਲੇ, ਉਹਨਾਂ ਨੇ ਮੈਨੂੰ ਬਹੁਤ ਤਰਾਸ਼ਿਆ ਕਹਿ ਲਓ, ਜਾਂ ਮੇਰੀ ਅਗਵਾਈ ਕੀਤੀ, ਜਾਂ ਮੈਨੂੰ ਮਿਹਨਤ ਕਰਾਈ, ਜਾਂ ਮੇਰਾ ਖਿਆਲ ਰੱਖਿਆ। ਅਤੇ ਅਧਿਆਪਕ ਸਾਹਿਬਾਨ, ਫਿਰ ਮੇਰੇ ਕੁਝ ਸਾਹਿਤਕਾਰ ਦੋਸਤ ਉਸ ਤਰ੍ਹਾਂ ਦੇ ਹੋ ਗਏ। ਫਿਰ ਮੈਂ ਹੌਲੀ ਹੌਲੀ ਲਿਖਦਾ, ਫਿਰ ਮੇਰਾ ਅਮਰਦੀਪ ਸਿੰਘ ਗਿੱਲ ਭਾਜੀ ਹੋਰਾਂ ਨਾਲ ਮੇਲ ਹੋਇਆ, ਅਤੇ ਉਹਨਾਂ ਦਾ ਗੀਤਕਾਰੀ 'ਚ ਬਹੁਤ ਵੱਡਾ ਨਾਂ ਹੈ, ਅਤੇ ਹੁਣ ਅੱਜ ਕੱਲ੍ਹ ਫਿਲਮ ਲਾਈਨ ਹੈ, ਅਤੇ ਕਵਿਤਾ ਦੇ ਵਿੱਚ ਵੀ ਵੱਡਾ ਨਾਂ ਹੈ। ਅਤੇ ਉਹਨਾਂ ਦੇ ਨਾਲ ਫਿਰ ਮੈਂ ਬਹੁਤ ਸਾਰੇ ਗੀਤਕਾਰਾਂ ਨੂੰ, ਸੰਗੀਤਕਾਰਾਂ ਨੂੰ, ਸਾਹਿਤਕਾਰਾਂ ਨੂੰ, ਗਾਇਕਾਂ ਨੂੰ, ਜਾਂ ਇਸ ਫੀਲਡ ਦੇ ਸਾਰੇ ਜਿਹੜੇ ਮਹਾਰਥੀ ਸੀ ਕਹਿ ਲਓ, ਉਹਨਾਂ ਨੂੰ ਮੈਨੂੰ ਮਿਲਣਾ ਮੌਕਾ। ਇਹ ਫਿਟਵਾਣਾ ਜੀ ਤਾਂ ਕਹਿ ਦਈਏ ਵੀ ਕੁਦਰਤ ਦੀ ਥੋੜ੍ਹੀ ਜਿਹੀ ਨਾ ਤੁਹਾਡੇ 'ਤੇ ਬਖਸ਼ੇ ਹੁੰਦੀ ਆ ਵੀ ਤੁਹਾਨੂੰ ਉਹੋ ਜਿਹੇ ਬੰਦੇ ਮਿਲਣ ਦੇ ਸ਼ੁਰੂ ਹੋ ਜਾਂਦੇ ਨੇ। ਉਹ ਕੁਦਰਤੀ ਹੈ, ਇਹ ਦੇਖੋ ਵਿਧ ਬਣਦੀ ਹੈ ਜੀ, ਹਰ ਚੀਜ਼ ਜਿਹੜੀ ਹੈ ਨਾ ਉਹ ਵਿਧ ਬਣਨੀ ਹੈ। ਜੋ ਕੰਮ ਜਦੋਂ ਹੋਣਾ ਉਹਦਾ ਰਾਹ ਉਵੇਂ ਬਣ ਜਾਣਾ ਆਪਣੇ ਆਪ, ਠੀਕ ਹੈ। ਆਪਾਂ ਕਹਿ ਦਿੰਦੇ ਹਾਂ ਕਿ ਜੀ ਮੈਂ ਇਹ ਕੀਤਾ, ਫਰਜ਼ ਕਰ ਲਓ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਤੁਸੀਂ ਆਹ ਗੀਤ ਲਿਖੇ, ਉਹ ਠੀਕ ਹੈ, ਕ੍ਰੈਡਿਟ ਮਿਲਦਾ ਇੱਕ, ਲੇਕਿਨ ਕੁਦਰਤ ਕਹਿ ਲਓ ਜਾਂ ਪਰਮਾਤਮਾ, ਜੋ ਵੀ ਸ਼ਕਤੀ ਕਹਿ ਲਓ ਇਸ ਗੱਲ ਦੇ ਪਿੱਛੇ, ਮੈਨੂੰ ਲੱਗਦਾ ਹੁੰਦਾ ਕਿ ਉਹ ਹੋ ਜਾਂਦਾ ਤੋਂ ਕੁਦਰਤ ਕਰਵਾ ਲੈਂਦੀ ਹੈ, ਉਹਦਾ ਕ੍ਰੈਡਿਟ ਤੁਹਾਨੂੰ ਮਿਲ ਜਾਂਦਾ। ਹੁਣ ਜੇ ਕਹਾਂ ਮੇਰੀ ਨਜ਼ਰ 'ਚ ਇਹ ਹੁੰਦਾ ਕਿ ਰਚਨਾ ਵੱਡੀ ਹੁੰਦੀ ਹੈ, ਰਚਨਾਕਾਰ ਵੱਡਾ ਨਹੀਂ ਹੁੰਦਾ ਜੀ। ਜੇ ਰਚਨਾਕਾਰ ਵੱਡਾ ਹੋਵੇ ਤਾਂ ਹਰ ਰਚਨਾ ਹੀ ਵੱਡੀ ਕਰੇ। ਕਿਉਂਕਿ ਗੱਲ ਇਹ ਟਵਣਾ ਜੀ ਵੀ ਕੋਈ ਵੀ ਰਚਨਾ ਜਦੋਂ ਲਿਖੀ ਜਾਂਦੀ ਹੈ ਨਾ, ਤਾਂ ਉਹ ਜਿਹਾ ਤੁਹਾਡੇ ਸਾਹਮਣੇ ਹਾਲਾਤ ਹੋਣਾ ਚਾਹੀਦਾ, ਉਹੋ ਜਿਹਾ ਤੁਹਾਨੂੰ ਮਾਹੌਲ ਦਿਖੇ, ਜੋ ਉਹੋ ਜਿਹੀ ਕੋਈ ਘਟਨਾ ਹੋਵੇ, ਫਿਰ ਬੰਦਾ ਉਹ ਤੋਂ ਇੰਸਪਾਇਰ ਹੋ ਕੇ ਜਾਂ ਉਹਨੂੰ ਦੇਖ ਕੇ ਜੋ ਖਿਆਲ ਤੁਹਾਡੇ ਮਨ 'ਚ ਆਉਂਦੇ ਨੇ ਆਪਾਂ ਉਹ ਘੇਰ ਦਿੰਦੇ ਹਾਂ। ਜੇਕਰ ਉਹ ਘਟਨਾ ਜਾਂ ਉਹ ਸਮਾਂ ਹੀ ਨਾ ਬਣੇ ਤਾਂ ਸ਼ਾਇਦ ਉਹ ਰਚਨਾ ਵੀ ਨਾ ਬਣੇ। ਦੇਖੋ ਇੱਕ ਮੈਨੂੰ ਸ਼ੇਅਰ ਮੈਨੂੰ ਬਹੁਤ ਚੰਗਾ ਲੱਗਦਾ ਹੁੰਦਾ ਜੀ ਕਿ ਦਰਦ ਹੋ या दर्द का एहसास हो, दर्द हो या दर्द का एहसास हो, कुछ ना कुछ तो आदमी के पास हो। ਜਿਹੜਾ ਅਹਿਸਾਸ ਆ ਨਾ, ਅਹਿਸਾਸ ਸਭ ਤੋਂ ਵੱਡੀ ਗੱਲ ਹੈ। ਕਿਸੇ ਗੱਲ ਦਾ ਅਹਿਸਾਸ ਹੋਣਾ, ਕਿਸੇ ਖੁਸ਼ੀ ਦਾ ਅਹਿਸਾਸ ਹੋਣਾ, ਕਿਸੇ ਦੁੱਖ ਦਾ ਅਹਿਸਾਸ ਹੋਣਾ, ਜ਼ਰੂਰੀ ਨਹੀਂ ਕਿ ਤੁਹਾਡੇ ਨਾਲ ਵਾਪਰਿਆ ਤੁਸੀਂ ਤਾਂ ਹੀ ਲਿਖ ਰਹੇ ਹੋ। ਤੁਹਾਨੂੰ ਅਹਿਸਾਸ ਹੈ, ਕਿਸੇ ਦੇ ਦੁੱਖ ਦਾ ਅਹਿਸਾਸ ਹੈ, ਕਿਸੇ ਦੀ ਖੁਸ਼ੀ ਦਾ ਅਹਿਸਾਸ ਹੈ, ਉਹ ਸਾਰੀਆਂ ਚੀਜ਼ਾਂ ਤੁਹਾਡੇ ਅੰਦਰ ਜਜ਼ਬ ਹੁੰਦੀਆਂ। ਇੱਕ ਲੇਖਕ ਇਹ ਨਹੀਂ ਹੁੰਦਾ ਕਿ ਕੋਈ ਬਾਹਰ ਘਟਨਾ ਘਟੀ ਹੈ ਅਤੇ ਅਚਨਚੇਤ ਉਹਨਾਂ ਨੂੰ ਉਹ ਗੱਲ ਉਹਨਾਂ ਨੇ ਦੇਖੀ ਅਤੇ ਉਹਨਾਂ ਨੇ ਲਿਖਤੀ। ਉਹ ਅੰਦਰ ਮੰਥਨ ਚੱਲਦਾ ਰਹਿੰਦਾ, ਤੁਹਾਡੇ ਅੰਦਰ ਰਿੜਕਿਆ ਜਾਂਦਾ ਸਾਰਾ ਕੁਛ, ਹੈ ਨਾ। ਸੋ ਬਾਅਦ ਦੇ ਵਿੱਚ ਜਿਵੇਂ ਮੱਖਣ ਤਰ ਕੇ ਉੱਤੇ ਆ ਜਾਂਦਾ, ਅਤੇ ਉਹ ਰਿੜਕਣ ਤੋਂ ਬਾਅਦ ਫਿਰ ਉਹ ਤੁਹਾਡੇ ਅੰਦਰ ਜਿਹੜੀ ਉਹ ਰਚਨਾ ਉਹ ਮੱਖਣ ਦੇ ਰੂਪ ਵਾਂਗੂ ਬਾਹਰ। ਜੀ ਕਈ ਵਾਰ ਜਦੋਂ ਆਪਾਂ ਸ਼ੁਰੂ 'ਚ ਲਿਖਦੇ ਹਾਂ ਨਾ, ਤਾਂ ਕਈ ਵਾਰ ਜਦੋਂ ਸਮਾਂ ਪਾ ਕੇ ਆਪਾਂ ਨੂੰ ਲੱਗਦਾ ਵੀ ਜਿਹੜੀ ਇਹ ਰਚਨਾ ਪਹਿਲਾਂ ਲਿਖੀ ਸੀ ਉਹ ਨਹੀਂ ਸੀ, ਸਹੀ ਨਹੀਂ ਸੀਗੀ, ਪਰ ਫਿਰ ਵੀ ਕੁਝ ਚੀਜ਼ਾਂ ਯਾਦ ਹੁੰਦੀਆਂ। ਤਾਂ ਮੈਂ ਜ਼ਰੂਰ ਕਹੂੰਗਾ ਵੀ ਸਭ ਤੋਂ ਪਹਿਲੇ ਲਿਖੇ ਗੀਤਾਂ ਦੇ ਵਿੱਚੋਂ ਕੁਝ ਸਤਰਾਂ ਕੀ ਤੁਹਾਨੂੰ ਯਾਦ ਹੋਣ ਤਾਂ ਉਹਦੀ ਉਦੋਂ ਮੈਂ ਜਦੋਂ ਸ਼ੁਰੂਆਤ ਸੀ ਉਦੋਂ ਬਹੁਤ ਕੁਝ ਲਿਖਦੇ ਹੁੰਦੇ ਸੀਗੇ, ਹੈ ਨਾ।
ਵੀ ਜਿਵੇਂ ਕਿਸੇ ਮੈਨੂੰ ਯਾਦ ਆ ਕਿ ਇਹ ਦੁਨੀਆ ਮਤਲਬ ਹੋਰਾਂ ਦੀ, ਇਹ ਦੁਨੀਆ ਮਤਲਬ ਹੋਰਾਂ ਦੀ, ਇਹ ਸਾਦਾ ਠੱਗਾਂ ਚੋਰਾਂ ਦੀ, ਇਹ ਦੁਨੀਆ ਮਤਲਬ ਹੋਰਾਂ ਦੀ, ਇਹੋ ਜਿਹਾ ਰੰਗ ਸੀ ਹੈ ਨਾ, ਇਸ ਤਰ੍ਹਾਂ ਦਾ ਲਿਖਦਾ ਰਹਿੰਦਾ ਸੀ। ਤੇ ਫਿਰ ਹੁੰਦਾ ਵੀ ਜਦੋਂ ਸਕੂਲ ਦੀ ਜ਼ਿੰਦਗੀ ਹੁੰਦੀ ਹੈ, ਜੀ ਕਾਲਜ, ਕਿਉਂਕਿ ਤੁਸੀਂ ਨਾਲ ਦੀ ਨਾਲ ਪੜ੍ਹਾਈ ਵੀ ਚੰਗੀ ਕੀਤੀ, ਐਮਐਡ ਐਮਫਿਲ ਵੀ ਕੀਤੀ ਹੈ, ਜੀ ਜੀ ਨਹੀਂ ਬਹੁਤੇ ਗੀਤਕਾਰ ਤਾਂ ਇਹ ਹੈ ਵੀ ਇਹ ਪਾਸੇ ਨੂੰ ਬਹੁਤ ਘੱਟ ਜਾਂਦੇ ਨੇ, ਤੇ ਜਦੋਂ ਇੰਨੀ ਪੜ੍ਹਾਈ ਕਰ ਲੈਂਦੇ ਨੇ ਉਹ ਫਿਰ ਗੀਤਕਾਰ ਦੀ ਬਜਾਏ ਲੇਖਕ ਜ਼ਿਆਦਾ ਬਣ ਜਾਂਦੇ ਨੇ। ਨਹੀਂ ਦੇਖੋ, ਮੈਨੂੰ ਲੱਗਦਾ ਹੁੰਦਾ ਕਿ ਦੇਖੋ ਗੀਤਕਾਰ ਵੀ ਲੇਖਕ ਹੀ ਹੁੰਦਾ ਹੈ ਨਾ। ਮੈਂ ਨਹੀਂ ਕਦੇ, ਮੈਂ ਵੱਖਰਾ ਤੌਰ 'ਤੇ ਨਹੀਂ ਸੋਚਦਾ, ਮੈਨੂੰ ਲੱਗਦਾ ਹੁੰਦਾ ਕਿ ਮੈਂ ਸਭ ਨੂੰ ਇੱਕ ਹੀ ਸਮਝਦਾ ਜੀ। ਤੇ ਕੋਈ ਵੀ ਜਿਹੜਾ ਰਚਨਾਕਾਰ ਹੈ ਉਹ ਮਤਲਬ ਮੇਰੇ ਲਈ ਸਤਿਕਾਰਯੋਗ ਹੈ ਹਮੇਸ਼ਾ ਹੀ ਜੀ। ਤੇ ਮੈਂ ਕੋਈ ਇਹ ਨਹੀਂ ਗਾ ਕਿ ਮੈਂ ਕੋਈ ਬਹੁਤ ਪੜ੍ਹ ਲਿਖ ਗਿਆ, ਮੇਰੇ ਨਾਲੋਂ ਬਹੁਤ ਸਮਝ ਵਾਲੇ, ਮੇਰੇ ਨਾਲੋਂ ਵੱਧ ਪੜ੍ਹਾਈ ਵਾਲੇ ਸੱਜਣ ਹੈਗੇ ਆ, ਇਸ ਖੇਤਰ 'ਚ ਵੀ ਹੈਗੇ ਔਰ ਇਸ ਤੋਂ ਬਾਹਰ ਵੀ ਹੈਗੇ, ਤੇ ਕੋਈ ਐਸੀ ਗੱਲ ਨਹੀਂ। ਹਾਂ ਇੰਨਾ ਜ਼ਰੂਰ ਹੈ ਕਿ ਮੈਂ ਆਪਦੇ ਆਪ ਨੂੰ ਖੁਸ਼ਕਿਸਮਤ ਮੰਨਦਾ ਕਿ ਮੈਂ ਉਹ ਚੀਜ਼ਾਂ ਪੜ੍ਹ ਸਕਿਆ ਜਾਂ ਮੈਂ ਉਹਨੂੰ ਉਹਨਾਂ ਚੀਜ਼ਾਂ ਦਾ ਅਹਿਸਾਸ ਹੋ ਸਕਿਆ ਕਿ ਜਿਹੜੀਆਂ ਲਿਖਤਾਂ ਸ਼ਾਇਦ ਜੇ ਮੈਂ ਰਸਮੀ ਸਿੱਖਿਆ ਨਾ ਲੈਂਦਾ ਸ਼ਾਇਦ ਉਹ ਮੇਰੇ ਤੋਂ ਪਾਸੇ ਰਹਿ ਜਾਣੀਆਂ ਸੀਗੀਆਂ। ਮੈਂ ਲੱਕੀ। ਇੱਕ ਖੁਸ਼ੀ ਆਪਾਂ ਨੂੰ ਉਦੋਂ ਹੁੰਦੀ ਵੀ ਜਦੋਂ ਤੁਹਾਡਾ ਗੀਤ ਆ ਕਿਸੇ ਵੱਲੋਂ ਗਾਇਆ ਜਾਂਦਾ ਸਟੇਜ ਉੱਤੇ। ਜੀ। ਸ਼ੁਰੂਆਤ ਚਲੋ ਆਪਾਂ ਲਿਖਦੇ ਹਾਂ, ਗੁਣਗੁਣਾਉਂਦੇ ਹਾਂ, ਚਾਰ ਦੋਸਤਾਂ ਦੇ ਵਿੱਚ ਆਪਾਂ ਸੁਣਾ ਲੈਂਦੇ ਹਾਂ, ਪਰ ਉਹ ਤੁਹਾਡਾ ਗੀਤ ਸਹੀ, ਸੋਹਣਾ ਗੀਤ ਲਿਖਿਆ ਹੈ ਕਿ ਸਹੀ ਸਿੰਗਰ ਦੇ ਕੋਲ ਜਾਵੇ ਤੇ ਉਹਦੀ ਸਹੀ ਤਰੀਕੇ ਨਾਲ ਜਿਹੜੀ ਹੈ ਪਰਫਾਰਮੈਂਸ ਕੀਤੀ ਜਾਵੇ, ਤੇ ਇਹ ਵੀ ਬੜਾ ਮਤਲਬ ਔਖਾ ਜਿਹਾ ਕੰਮ ਹੁੰਦਾ। ਤੁਹਾਡੇ ਨਾਲ ਕਿੱਦਾਂ ਦੀ ਕਹਾਣੀ? ਗੀਤ ਦੇਖੋ ਇਹੀ ਹੈ ਕਿ ਗੀਤ ਜਿਹੜਾ ਨਾ, ਗੀਤ ਅਸਲ ਦੇ ਵਿੱਚ ਪੜ੍ਹਨ ਵਾਲੀ ਜਿਹੜੀ ਹੈ ਉਹ ਮਤਲਬ ਵਿਧਾ ਨਹੀਂ ਹੈ। ਗੀਤ ਦਾ ਗਾਇਕੀ ਨਾਲ ਸੰਬੰਧ ਹੀ ਹੈ ਜੀ। ਗੀਤ ਗਾਉਣ ਦੇ ਨਾਲ ਹੀ ਦੁਨੀਆ ਦੇ ਵਿੱਚ ਫੈਲਣਾ ਹੈ ਨਾ, ਕਿਉਂਕਿ ਗੀਤ ਦੇ ਪਿੱਛੇ ਬਹੁਤ ਸਾਰੇ ਹੋਰ ਵੀ ਨਾਲ ਰੰਗ ਹੁੰਦੇ ਆ। ਸੰਗੀਤ ਦਾ ਆਪਦਾ ਥਾਂ ਹੈ ਤੇ ਗਾਇਕੀ ਦਾ ਥਾਂ ਹੈ ਹੀ ਹੈ ਪਹਿਲੇ ਨੰਬਰ ਦਾ, ਤੇ ਸੰਗੀਤ ਦੇ ਨਾਲ ਨਾਲ ਅੱਜ ਕੱਲ੍ਹ ਜਿਹੜਾ ਹੈ ਫਿਲਮਾਂਕਣ ਦਾ ਵੀ ਬੇਸ਼ੱਕ ਦੌਰ ਚੱਲ ਪਿਆ ਤੇ ਉਹ ਵੀ ਸਹਾਈ ਹੁੰਦੇ ਆ ਕਈ ਗੱਲਾਂ ਹੈ ਨਾ। ਤੇ ਮੈਨੂੰ ਵੀ ਸ਼ੁਰੂਆਤ ਦੇ ਵਿੱਚ ਜਦੋਂ ਮੇਰਾ ਗੀਤ ਰਿਕਾਰਡ ਤਾਂ 96 'ਚ ਹੋਇਆ ਸੀ। ਅੱਛਾ। ਤੇ ਰਿਲੀਜ਼ ਆ ਕੇ 99 'ਚ ਹੋਇਆ। ਠੀਕ ਹੈ, ਚੰਗਾ। ਉਹ ਜਿਹੜਾ ਉਹ ਸਮਾਂ ਸੀ ਨਾ, ਤੇ ਕਿਉਂਕਿ ਮੇਰਾ ਗੀਤ ਸੀ ਪਹਿਲਾਂ ਵਰਿੰਦਰ ਸਿੱਧੂ ਹੋਰਾਂ ਨੇ ਗਾਇਆ ਸੀਗਾ, ਤੇਰੇ ਹਾਸਿਆਂ ਨੇ ਮਾਰ ਮੁਕਾਏ ਗੱਭਰੂ, ਤੇ ਉਹ ਜਿਹੜਾ ਖੁਸ਼ੀ ਹੈ ਉਹ ਜ਼ਾਹਿਰ ਹੈ ਕਿ ਜਦੋਂ ਪਹਿਲੀ ਵਾਰੀ ਤੁਹਾਡਾ ਨਾਮ ਤੁਸੀਂ ਸੁਣਦੇ ਹੋ, ਪਹਿਲਾਂ ਹੋਰਾਂ ਦਾ ਨਾਮ ਸੁਣਦੇ ਰਹੇ ਹੋਵੋਗੇ ਜੀ, ਹੁੰਦੇ ਰਹਿੰਦੇ ਆ, ਤੇ ਬਹੁਤ ਖੁਸ਼ੀ ਹੁੰਦੀ ਹੈ। ਮੈਨੂੰ ਵੀ ਖੁਸ਼ੀ ਹੋਈ ਸੀ। ਠੀਕ ਹੈ। ਤੇ ਉਹ ਫਿਰ ਬਾਈ ਗੋਰਾ ਚੱਕਵਾਲਾ ਹੋਰਾਂ ਨੇ ਗਾਇਆ ਮੇਰਾ ਗੀਤ ਹੌਲੀ ਹੌਲੀ ਜਾਨ ਤੋਂ ਪਿਆਰੇ ਬਣ ਜਾਵਾਂਗੇ। ਫਿਰ ਉਸ ਤੋਂ ਬਾਅਦ ਬਹੁਤ ਵੱਡਾ ਨਾਮ ਜਿਹੜੇ ਗਾਇਕੀ ਦੇ ਵਿੱਚ ਹਾਕਮ ਸੂਫੀ ਸਾਹਿਬ, ਉਹਨਾਂ ਨੇ ਮੇਰਾ ਗੀਤ ਗਾਇਆ, ਜਿਨ੍ਹਾਂ ਰਾਵਾਂ 'ਚੋਂ ਤੂੰ ਆਵੇਂ ਉਹਨਾਂ ਰਾਵਾਂ ਨੂੰ ਸਲਾਮ, ਤੇਰੇ ਸ਼ਹਿਰ ਵੱਲੋਂ ਆਉਂਦੀਆਂ ਆਵਾਵਾਂ ਨੂੰ ਸਲਾਮ। ਸਾਹਿਤਕ ਹਲਕਿਆਂ 'ਚ ਮੇਰਾ ਉਸ ਗੀਤ ਨੇ ਬਹੁਤ ਸਤਿਕਾਰ ਮੈਨੂੰ ਦਵਾਇਆ। ਫਿਰ ਮੈਨੂੰ ਆ ਕੇ ਜਿਹੜੀ ਕਮਰਸ਼ੀਅਲ ਬ੍ਰੇਕ ਮਿਲੀ, ਜਿਹਦੇ ਉੱਤੇ ਮੈਨੂੰ ਤਕਰੀਬਨ ਮੇਰਾ ਜਿਹੜਾ ਗੀਤ ਸੀ ਉਹ ਜਿਵੇਂ ਤੁਹਾਡੀ ਸ਼ਬਦਾਂ 'ਚ ਪਾਪੂਲਰ ਕਹਿ ਲਓ, ਪ੍ਰਸਿੱਧ ਹੋਇਆ, ਤੇ ਉਹ ਹੋਇਆ ਲੌਂਗ ਤਵੀਤੜੀਆਂ, ਬਲਕਾਰ ਸਿੱਧੂ ਸਾਹਿਬ ਨੇ ਗਾਇਆ 2003 ਦੇ ਵਿੱਚ। ਤੇ ਉਸ ਤੋਂ ਬਾਅਦ ਫਿਰ ਲਗਾਤਾਰ ਫਿਰ ਸਿਲਸਿਲਾ ਚੱਲਿਆ ਸਾਡਾ। ਫਿਰ 2004 ਦੇ ਵਿੱਚ ਮਹਿੰਦੀ ਦੇ ਬੂਟੇ ਨੂੰ, ਫਿਰ ਅਸੀਂ 2005 'ਚ ਤੂੰ ਫੁਲਕਾਰੀ ਕੱਢਦੀ, ਦੌਲਤਾਂ ਵੀ ਮਿਲ ਗਈਆਂ, ਮਾਏ ਤੇਰਾ ਪੁੱਤ ਰਾੜਲਾ ਹੈ ਨਾ, ਫਿਰ ਤੇਰੇ ਉੱਤੇ ਮਰ ਮਿੱਟੀ, ਗੋਰੇ ਗੋਰੇ ਪੈਰਾਂ 'ਚ ਲਾਗ ਝਾਂਜਰਾਂ, ਇਹ ਤਾਂ ਬਲਕਾਰ ਸਿੱਧੂ ਸਾਹਿਬ ਨੇ ਗਾਏ। ਸਿੱਧੂ ਸਾਹਿਬਾਂ ਦੇ ਗੀਤ ਜ਼ਿਆਦਾ, ਉਹਨਾਂ ਨੇ ਤੁਹਾਡੇ ਗੀਤ ਜ਼ਿਆਦਾ ਗਾਏ? ਮੇਰੇ 30 ਗੀਤ ਬਲਕਾਰ ਸਿੱਧੂ ਸਾਹਿਬ ਨੇ ਗਾਏ, ਤੇ ਫਿਰ ਹੋਰ ਆਰਟਿਸਟਾਂ ਨੇ ਗਾਏ, ਜਿੱਦਾਂ ਹੰਸ ਭਾਜੀ ਨੇ ਗਾਇਆ, ਹੰਸਰਾਜ ਹੰਸ ਜੀ ਨੇ, ਹਰਭਜਨ ਮਾਨ ਸਾਹਿਬ ਨੇ ਮੇਰੇ ਗੀਤ ਗਾਏ ਹੈ ਨਾ। ਸਿੱਖੋ ਆਪਣੇ ਬੱਚਿਆਂ ਨੂੰ ਸਰਹੰਦ ਵਿਖਾ ਕੇ ਲਿਆਵੋ, ਸਾਉਣ ਦੇ ਮਹੀਨੇ ਵਿੱਚ ਕੁੜੀਆਂ ਦੇ ਸੀਨੇ ਵਿੱਚ ਕਿੱਕਲੀਆਂ ਪਾਉਂਦੇ ਲੱਖਾਂ ਚਾਹ, ਹੰਸ ਭਾਜੀ ਨੇ ਗਾਇਆ, ਕਾਫਲੇ ਵਾਲੇ ਤੈਨੂੰ ਦੂਰ ਲਈ ਜਾਂਦੇ ਸੀ। ਤੇ ਬਹੁਤ ਹਰ ਇੱਕ ਤੁਹਾਡੇ ਗੀਤ ਦੇ ਵਿੱਚ ਜਿਹੜੀ ਜ਼ਿਕਰ ਕਰਦੇ ਆ ਨਾ, ਤਾਂ ਇੱਕ ਤਰੀਕੇ ਨਾਲ ਕੋਈ ਹਲਕੇ ਫੁਲਕੇ ਪੱਧਰ ਦੇ ਨਹੀਂ ਹੈਗੇ, ਹਰੇਕ 'ਚ ਕੋਈ ਨਾ ਕੋਈ ਇੱਕ ਸੁਨੇਹਾ ਮਿਲਦਾ। ਜਿਵੇਂ ਕਹਿੰਦੇ ਵੀ ਕਈ ਵਾਰ ਗਜ਼ਲ ਜਾਂ ਕਵਿਤਾ ਦੇ ਹਰੇਕ ਸ਼ੇਰ ਜਾਂ ਉਹਦੇ ਵਿੱਚ ਕੋਈ ਸੁਨੇਹਾ ਹੁੰਦਾ, ਤੁਹਾਡੇ ਹਰੇਕ ਪਹਿਰੇ ਦੇ ਵਿੱਚ ਕੋਈ ਨਾ ਕੋਈ ਸੁਨੇਹਾ ਹੁੰਦਾ। ਮੈਂ ਤੇਰਾ ਪੁੱਤ ਲਾਡਲਾ ਇਕੱਲਾ ਬੈਠ ਕੇ ਰਾਤ ਨੂੰ ਰੋਵੇ, ਉਹਦਾ ਹਰ ਇੱਕ ਪਹਿਰਾ ਤੁਸੀਂ ਜ਼ਿੰਦਗੀ ਦੇ ਇੱਕ ਤਰਾਸਦੀ ਨੂੰ ਬਿਆਨ ਕਰਦਾ। ਜਿਹੜਾ ਇਹ ਗੀਤ ਦਾ ਤੁਸੀਂ ਜ਼ਿਕਰ ਕੀਤਾ, ਇਹਦੇ ਉੱਤੇ ਇੱਕ ਮੈਂ ਨਵਾਂ ਪ੍ਰੈਕਟੀਕਲ ਕੀਤਾ ਸੀ। ਜਿਵੇਂ ਜਿਹੜੀ ਗਜ਼ਲ ਜਦੋਂ ਆਪਾਂ ਲਿਖਦੇ ਆ ਨਾ, ਤਾਂ ਗਜ਼ਲ ਦਾ ਹਰ ਸ਼ੇਅਰ ਮਤਲਬ ਆਪਣੇ ਆਪ 'ਚ ਮੁਕੰਮਲ ਹੁੰਦਾ। ਜ਼ਰੂਰੀ ਨਹੀਂ ਕਿ ਉਹ ਸ਼ੇਅਰ ਅਗਲੇ ਸ਼ੇਅਰ ਦੇ ਨਾਲ ਉਹਦਾ ਵਿਸ਼ਾ ਮਿਲਦਾ ਹੋਵੇ, ਕੋਈ ਜ਼ਰੂਰੀ ਨਹੀਂ ਹੁੰਦਾ, ਮੁਕੰਮਲ ਹੁੰਦਾ। ਪਰ ਗੀਤ ਦਾ ਜਿਹੜਾ ਵਿਸ਼ਾ ਆਮ ਤੌਰ 'ਤੇ ਇੱਕ ਹੁੰਦਾ, ਅਤੇ ਉਹਦੇ ਵਿੱਚ ਮੈਂ ਇਹ ਇੱਕ ਤਜਰਬਾ ਕੀਤਾ ਕਿ ਉਹਦਾ ਹਰ ਅੰਤਰਾ, ਹਰ ਪਹਿਰਾ ਜਿਹਨੂੰ ਕਹਿ ਦਈਏ ਆਪਾਂ, ਹਰ ਅੰਤਰਾ ਇੱਕ ਨਵੀਂ ਸਮੱਸਿਆ ਦੀ ਗੱਲ ਕਰਦਾ ਸੀ। ਉਹਦੇ ਵਿੱਚ ਕਿਤੇ ਬੇਰੁਜ਼ਗਾਰੀ ਦਾ ਵੀ ਜ਼ਿਕਰ ਸੀ, ਕਿਸਾਨੀ ਦਾ ਵੀ ਜ਼ਿਕਰ ਸੀ ਹੈ ਨਾ, ਇੱਥੋਂ ਤੱਕ ਕਿ ਸ਼ਹਿਰੀਕਰਨ, ਇੱਕ ਭਰਾ ਸ਼ਹਿਰ ਵੱਸਦਾ ਇੱਕ ਪਿੰਡ ਵੱਸਦਾ, ਉਹਦੇ ਵਿੱਚ ਮੁਹੱਬਤ ਦਾ ਵੀ ਦੁਖਾਂਤ ਸੀ, ਅਤੇ ਉਹਦੇ ਵਿੱਚ ਕਰਜ਼ੇ ਦਾ ਵੀ ਹੈ ਨਾ, ਗਰੀਬੀ ਦਾ ਵੀ। ਇਹ ਸਾਰੇ ਜਿਹੜੇ ਦੁਖਾਂਤ ਸੀ ਉਹ ਤਕਰੀਬਨ
ਜਿਹੜਾ ਹੈ ਆਏ। ਔਰ ਮੈਨੂੰ ਬੜੀ ਇਸ ਗੱਲ ਦੀ ਖੁਸ਼ੀ ਵੀ ਹੁੰਦੀ ਹੈ ਕਿ ਜਿੱਦਾਂ ਤੁਸੀਂ ਇਸ ਗੱਲ ਦਾ ਜ਼ਿਕਰ ਕੀਤਾ ਕਿ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਉਹ ਇਸ ਗੀਤ ਦਾ ਜ਼ਿਕਰ ਕਰਦੇ ਆ। ਔਰ ਹਾਲਾਂਕਿ 2005 'ਚ ਦੇਖੋ ਗੀਤ ਆਇਆ, ਅੱਜ ਆਪਾਂ 2021 'ਚ ਬੈਠੇ ਹਾਂ, 16 ਸਾਲ ਹੋ ਗਏ ਵੱਡੀਆਂ ਪੜ੍ਹਾਈਆਂ ਕਰਕੇ, ਬੱਲੇ ਪੱਲੇ ਪਈ ਬੇਰੁਜ਼ਗਾਰ, ਉੱਚੀਆਂ ਪੜ੍ਹਾਈਆਂ ਕਰਕੇ, ਹੈ ਨਾ। ਜੀ ਹਾਂ, ਤੇ ਗੱਲ ਇਹ ਹੈ ਵੀ ਹੁਣ ਵੀ ਉਹੀ ਆ, ਕੋਈ 16 ਸਾਲ ਹੋ ਗਏ ਇਸ ਗੀਤ ਆਏ ਨੂੰ। ਸੋ ਮੈਨੂੰ ਲੱਗਦਾ ਹੁੰਦਾ ਕਿ ਉਹੀ ਜਿਹੜੀ ਤੁਸੀਂ ਜ਼ਿਕਰ ਕੀਤਾ ਨਾ ਕਿ ਸਮੱਸਿਆ ਜਿਹੜੀ ਹੈ ਉਹ ਅੰਦਰ ਮੰਥਨ ਹੁੰਦਾ ਰਹਿੰਦਾ, ਹੌਲੀ ਹੌਲੀ ਫਿਰ ਉਹ ਰਚਨਾ ਬਾਹਰ ਆਉਂਦੀ ਹੈ। ਟਵਾਣਾ ਜੀ, ਗੱਲ ਇੱਕ ਅਕਸਰ ਇੱਕ ਆਮ ਜਿਹਾ ਵੀ ਸਵਾਲ ਹੁੰਦਾ ਵੀ ਦੇਖੋ ਹਰੇਕ ਰਚਨਾ ਦੇ ਮਗਰ ਕੋਈ ਘਟਨਾ ਹਨਾ ਹੁੰਦੀ ਹੈ, ਕੋਈ ਵਾਕਿਆਤ ਹੁੰਦਾ ਜੀ, ਤਾਂ ਇਹਦੇ ਵਿੱਚ ਜਿਹੜਾ ਕੁਝ ਗੀਤ ਹੁੰਦੇ ਨੇ ਉਹਦੇ ਨਾਲ ਕੋਈ ਖਾਸ ਯਾਦ ਜੁੜੀ ਹੁੰਦੀ ਹੈ ਜੀ, ਤੇ ਕਦੀ ਯਾਦ ਕਿਸੇ ਗੀਤ ਦੀ ਸਾਡੇ ਨਾਲ ਜ਼ਰੂਰ ਤੁਸੀਂ ਸਾਂਝੀ ਕਰੋ ਜੀ। ਬਹੁਤ ਸਾਰੀਆਂ ਮਤਲਬ ਹੁੰਦੇ ਆ ਇਸ ਤਰ੍ਹਾਂ ਦੇ। ਮੈਂ ਇਹ ਨਹੀਂ ਹੁੰਦਾ ਕਿ ਕੋਈ ਘਟਨਾ ਵਾਪਰਦੀ ਹੈ ਮੈਂ ਉਸ ਘਟਨਾ ਤੋਂ ਬਾਅਦ ਹੀ ਸਾਰਾ ਕੁਝ ਕਰਦਾ ਹੈ ਨਾ, ਜਾਂ ਬਾਅਦ 'ਚ ਲਿਖਦਾ। ਬਹੁਤ ਕੁਝ ਦੇਖੀਦਾ ਆਸੇ ਪਾਸੇ, ਜਿਵੇਂ ਮਾਏ ਤੇਰਾ ਪੁੱਤ ਲਾਡਾ ਗੀਤ ਦਾ ਤੁਸੀਂ ਜ਼ਿਕਰ ਕੀਤਾ, ਅਤੇ ਉਹਦੇ ਵਿੱਚ ਮੈਂ ਬਹੁਤ ਸਾਰੇ ਪ੍ਰੋਫੈਸਰ ਅਜਮੇਰ ਸਿੰਘ ਔਲਖ ਸਾਹਿਬ ਦੇ ਨਾਟਕ ਦੇਖਦਾ ਹੁੰਦਾ ਸੀ, ਜਾਂ ਨਾਵਲ ਪੜ੍ਹੇ, ਹੈ ਨਾ, ਪ੍ਰੋਫੈਸਰ ਗੁਰਦਿਆਲ ਸਿੰਘ ਜੀ ਨੂੰ ਪੜ੍ਹਿਆ, ਅਣਖੀ ਸਾਹਿਬ ਨੂੰ, ਰਾਮ ਸਰੂਪ ਅਣਖੀ ਜੀ ਨੂੰ ਪੜ੍ਹਿਆ, ਜਾਂ ਹੋਰ ਬਹੁਤ ਸਾਰੇ ਸਾਹਿਤਕਾਰਾਂ ਨੂੰ ਪੜ੍ਹਿਆ, ਕਮਲ ਸਾਹਿਬ ਨੂੰ। ਤਾਂ ਉਹ ਸਾਰੀਆਂ ਘਟਨਾਵਾਂ ਜਿਹੜੀਆਂ ਉਹ ਪੜ੍ਹਦੇ ਸੁਣਦੇ ਸੀ ਤਾਂ ਉਹਨਾਂ ਦਾ ਅਸਰ ਰਹਿੰਦਾ ਤੁਹਾਡੇ 'ਤੇ, ਫਿਰ ਉਹ ਗੀਤ ਦੇ ਵਿੱਚ ਆ ਜਾਂਦੀਆਂ ਜਾਂ ਉਸ ਰਚਨਾ 'ਚ ਆ ਜਾਂਦੀਆਂ। ਮੇਰੇ ਨਾਲ ਵੀ ਉੱਦਾਂ ਹੀ ਹੋਇਆ। ਬਾਕੀ ਇਹ ਆ ਕਿ ਜਿਹੜਾ ਆਲਾ ਦੁਆਲਾ ਹੁਣ, ਕਿਉਂਕਿ ਕਿਸਾਨ ਅੰਦੋਲਨ ਜਿਹੜਾ ਚੱਲ ਰਿਹਾ, ਬੜੇ ਲੰਮੇ ਸਮੇਂ ਤੋਂ ਸੰਘਰਸ਼ ਚੱਲ ਰਿਹਾ, ਔਰ ਮੈਨੂੰ ਲੱਗਿਆ ਕਿ ਮਹਿਸੂਸ ਹੋਇਆ, ਮੇਰੇ ਮਨ 'ਚ ਆਈ ਗੱਲ ਕਿ ਇਹ ਤਾਂ ਬਹੁਤ ਵੱਡੀ ਇੱਕ ਲਹਿਰ ਹੈ। ਲਹਿਰ ਉਹ ਚੱਲਦੀ ਹੈ ਸਮਾਜ ਦੇ ਵਿੱਚ ਜਿਹਦਾ ਅਸਰ ਫਿਰ ਬਹੁਤ ਲੰਮਾ ਸਮਾਂ ਔਰ ਤਕਰੀਬਨ ਸਭ 'ਤੇ ਹੁੰਦਾ। ਜਦੋਂ ਅਸੀਂ ਐਸਾ ਮਾਹੌਲ ਦੇਖਿਆ, ਅਸੀਂ ਆਜ਼ਾਦੀ ਦੀ ਲੜਾਈ ਨਹੀਂ ਵੇਖੀ, ਉਹ ਵੀ ਇੱਕ ਲਹਿਰ ਸੀ ਜੀ, ਹੈ ਨਾ, ਅਤੇ ਮੈਨੂੰ ਲੱਗਿਆ ਕਿ ਇਹ ਤਾਂ ਇੱਕ ਲਹਿਰ ਹੈ। ਤਾਂ ਉਸ ਲਹਿਰ ਤੋਂ ਫਿਰ ਅਚਨਚੇਤ ਮੇਰੇ ਗੱਲ ਮਨ 'ਚ ਆਈ ਕਿ ਲਹਿਰ ਕਿਸਾਨੀ ਦੀ ਇੱਕ ਲਫ਼ਜ਼ ਆਏ ਮੇਰੇ ਮਨ 'ਚ। ਫਿਰ ਗੀਤ ਬਣਿਆ ਕਿ ਪਿੰਡ ਪਿੰਡ ਤੇ ਸ਼ਹਿਰ ਸ਼ਹਿਰ ਵਿੱਚ ਲਹਿਰ ਕਿਸਾਨੀ ਦੀ, ਹੈ ਨਾ। ਚੰਡੀਗੜ੍ਹ ਦੇ ਵਿੱਚ ਦੇਖਿਆ, ਚੌਂਕ ਦੇ ਵਿੱਚ ਨੌਜਵਾਨ ਮੁੰਡੇ ਕੁੜੀਆਂ, ਵੱਡੀਆਂ ਗੱਡੀਆਂ ਵਾਲੇ ਲੋਕ ਝੰਡੇ ਚੱਕੀ ਜਾਂ ਝੰਡੇ ਲਾਈ ਇਸ ਅੰਦੋਲਨ ਦਾ ਸਾਥ ਦੇ ਰਹੇ ਆ। ਹੋਰ ਹਰਭਜਨ ਮਾਨ ਸਾਹਿਬ ਨੇ ਫਿਰ ਗਾਇਆ, ਹੈ ਨਾ। ਮੈਂ ਲਿਖਿਆ, ਜਦੋਂ ਮੈਂ ਉਹਨਾਂ ਨਾਲ ਸਾਂਝਾ ਕੀਤਾ ਉਹਨਾਂ ਨੂੰ ਚੰਗਾ ਲੱਗਿਆ, ਉਹਨਾਂ ਨੇ ਗਾਇਆ। ਤਾਂ ਉਹਦੇ ਵਿੱਚ ਵੀ ਇਹੀ ਹੈ ਕਿ ਦੁੱਖ ਸਤਾਰਾ ਤੁਹਾਡੇ ਉਹਦੇ ਵਿੱਚੋਂ ਹੀ ਹੋ ਜਾਣ, ਮੈਂ ਕਹਿੰਦਾ। ਹਾਂ, ਉਹ ਬਸ ਉਹ ਇਹ ਹੈ ਕਿ ਕਿਉਂਕਿ ਸਿੰਗਰ ਦੇ ਕੋਲੋਂ ਸੁਣਨਾ ਹੋਰ ਗੱਲ ਹੈ, ਤੇ ਜਦੋਂ ਆਪਾਂ ਲਿਖਦੇ ਆ ਨਾ ਤਾਂ ਆਪਾਂ ਨੂੰ ਵੀ ਇੱਕ ਰਿਦਮ ਬਣਾਉਣੀ ਪੈਂਦੀ ਆ। ਹਾਂਜੀ, ਉਹ ਰਿਦਮ ਹੋ ਜਾਵੇ। ਉਹ ਦੇਖੋ, ਉਹ ਜਦੋਂ ਮੈਨੂੰ ਲੱਗਿਆ ਕਿ ਮਾਹੌਲ ਦੇਖਿਆ ਚਾਰੇ ਪਾਸੇ, ਫਿਰ ਮਨ 'ਚ ਆਈ ਗੱਲ ਕਿ ਖੇਤਾਂ ਦੇ ਪੁੱਤ ਉੱਠੇ ਆਪਣੇ ਖੇਤ ਬਚਾਉਣ ਲਈ, ਸੜਕਾਂ ਉੱਤੇ ਆ ਗਏ ਆਪਣੀ ਆਵਾਜ਼ ਸੁਣਾਉਣ ਲਈ, ਜਾਗ ਪਈ ਹੈ ਸੌਂਦੀ ਜਾਂਦੀ ਅਣਖ ਜਵਾਨੀ ਦੀ, ਪਿੰਡ ਪਿੰਡ ਤੇ ਸ਼ਹਿਰ ਸ਼ਹਿਰ ਵਿੱਚ ਲਹਿਰ ਕਿਸਾਨੀ ਦੀ। ਮੈਨੂੰ ਲੱਗਿਆ ਕਿ ਹਰੇਕ ਪਿੰਡ 'ਚ, ਹਰੇਕ ਸ਼ਹਿਰ ਦੇ ਵਿੱਚ ਇਹਦਾ ਅਸਰ ਹੈ, ਇਕੱਲੇ ਪੰਜਾਬ 'ਚ ਨਹੀਂ ਬਲਕਿ ਪੂਰੇ ਭਾਰਤ 'ਚ। ਫਿਰ ਇੱਕ ਹੋਰ ਇਸ ਤਰ੍ਹਾਂ ਦੇ ਇਸੇ ਅੰਦੋਲਨ ਨੂੰ ਸਮਰਪਿਤ ਕਿ ਖੇਤਾਂ ਦੇ ਪੁੱਤ ਜਾਗ ਪਏ ਨੇ, ਛਿੜ ਜਦ ਪੁੱਠੇ ਰਾਗ ਪਏ ਨੇ, ਖੇਤਾਂ ਦੇ ਪੁੱਤ ਜਾਗ ਪਏ ਨੇ, ਗੰਨੇ ਗੰਨੇ ਚੁੱਕ ਲਿਜਾਨਾ, ਗੰਨੇ ਗੰਨੇ ਚੁੱਕ ਲਿਜਾਨਾ, ਫੂਕ ਦਿਆਂਗੇ ਆਗ ਪਏ ਨੇ, ਸਾਡੀਆਂ ਫਸਲਾਂ ਵੱਲ ਕੀ ਵੇਹਨਾ, ਸਾਡੀਆਂ ਫਸਲਾਂ ਵੱਲ ਕੀ ਵੇਹਨਾ, ਪਿੰਡੇ ਸਾਡੇ ਦਾਗ ਪਏ ਨੇ, ਹੈ ਨਾ। ਫਿਰ ਸੀਗਾ ਕਿ ਖੇਤਾਂ ਦੇ ਵਿੱਚ ਫਸਲ ਨਹੀਂ ਬੀਜੀ, ਖੇਤਾਂ ਦੇ ਵਿੱਚ ਫਸਲ ਨਹੀਂ ਬੀਜੀ, ਬੀਜੇ ਸਾਡੇ ਭਾਗ ਪਏ ਨੇ, ਲਾਗ ਨਹੀਂ ਲੈਣਾ ਕੀਮਤ ਲੈਣੀ, ਲਾਗ ਨਹੀਂ ਲੈਣਾ ਕੀਮਤ ਲੈਣੀ, ਆ ਚੁੱਕ ਤੇਰੇ ਲਾਗ ਪਏ ਨੇ, ਆਖ ਟਿਵਾਣੇ ਸੁਣ ਜਰਵਾਣੇ, ਦਿਲ ਦੇ ਵਿੱਚ ਵਰਾਗ ਪਏ ਨੇ। ਸੋ ਇਹ ਜਦੋਂ ਬਾਹਰ ਮਾਹੌਲ ਅਸੀਂ ਦੇਖਦੇ ਹਾਂ ਤੇ ਫਿਰ ਉਹਦਾ ਅਸਰ ਪੈਂਦਾ ਹੈ। ਤੇ ਟਵਾਣਾ ਜੀ, ਤੁਹਾਡਾ ਗੀਤ ਲੋਕੋ ਆਪਣੇ ਬੱਚਿਆਂ ਨੂੰ ਸਰਹੰਦ ਵਿਖਾ ਕੇ ਲਿਆਏ, ਬੜਾ ਮਕਬੂਲ ਗੀਤ ਹਰਭਜਨ ਮਾਨ ਜੀ, ਬਲਾ ਸਾਰੇ ਗੀਤ ਮਕਬੂਲ ਨੇ, ਪਰ ਕੁਝ ਗੱਲਾਂ ਬਾਤਾਂ ਕਰਦੇ ਹੋਏ ਉਹੀ ਗੀਤ ਤੁਹਾਡੇ ਜ਼ਿਹਨ 'ਚ ਆ ਜਾਂਦੇ ਨੇ। ਤੇ ਵਾਕਿਆ ਹੀ ਇਹ ਹੈ ਵੀ ਸਭ ਤੋਂ ਵੱਡੀ ਤਰਾਸ ਦੀ ਥੋੜ੍ਹੀ ਜਿਹੀ ਆਪਣੀ ਇਹ ਰਹੀ ਹੈ ਵੀ ਆਪਾਂ ਆਪਣੀ ਵਿਰਾਸਤ ਨੂੰ, ਇਤਿਹਾਸ ਨੂੰ, ਜਿਹੜਾ ਉਹਨੂੰ ਆਪਣੇ ਬੱਚਿਆਂ ਤੱਕ, ਨਵੀਂ ਪੀੜ੍ਹੀ ਤੱਕ ਪਹੁੰਚਾਉਣ 'ਚ ਥੋੜ੍ਹੇ ਜਿਹੇ ਆਲਸੀ ਹੋ ਗਏ ਜੀ।
ਤੇ ਉਹ ਬੜਾ ਗੀਤ ਤੁਹਾਡਾ ਸੁਨੇਹਾ ਦਿੰਦਾ ਹੈ ਵੀ ਵਾਕਈ ਤੁਸੀਂ ਉਹ ਜਗ੍ਹਾ ਨਾਲ ਜੋੜੋ ਤਾਂ ਸਹੀ। ਦੇਖੋ ਕਿਉਂਕਿ ਪੰਜਾਬੀ ਲੋਕ ਬਾਹਰ ਵੈਸਟਰਨ ਕੰਟਰੀਆਂ 'ਚ ਕਿੰਨੇ ਹੋ ਗਏ ਤੇ ਉਹ ਗੱਲਾਂ ਤਾਂ ਕਰਦੇ ਨੇ ਪੰਜਾਬ ਦੀਆਂ, ਬਟ ਉਹਨਾਂ ਦੇ ਜਿਹੜੇ ਬੱਚੇ ਨੇ, ਸ਼ਾਇਦ ਤੁਸੀਂ ਵੀ ਬਾਹਰ ਅੰਦਰ ਜਾਂਦੇ ਹੀ ਹੋ, ਮਿਲਦੇ ਹੋ, ਤੇ ਇਹ ਤਜਰਬਾ ਤੁਹਾਡਾ ਕਿਵੇਂ ਦਾ ਸੀ? ਦੇਖੋ ਗੱਲ ਇਹ ਹੈ ਵੀ ਇਹ ਚੀਜ਼ਾਂ ਮਿੱਥ ਕੇ ਨਹੀਂ ਹੁੰਦੀਆਂ। ਮੈਂ ਕੋਈ ਗਾਣਾ ਮਿੱਥ ਕੇ ਨਹੀਂ ਲਿਖਿਆ ਕਿ ਮੈਂ ਅੱਜ ਸੋਚ ਕੇ ਬੈਠਾ ਕਿ ਮੈਂ ਗੀਤ ਲਿਖਣਾ, ਕਿਉਂਕਿ ਇਹ ਗੱਲਾਂ ਮਿੱਥ ਕੇ ਨਹੀਂ ਬਣ ਸਕਦੀਆਂ, ਇਹ ਸੁਤੇ ਸਿੱਧ ਬਣਦੀਆਂ। ਮੈਂ ਪਹਿਲਾਂ ਵੀ ਜਿਵੇਂ ਬੇਨਤੀ ਕੀਤੀ ਹੈ ਕਿ ਤੁਹਾਡੀ ਇੱਕ ਸੋਚ ਡਿਵੈਲਪ ਹੁੰਦੀ ਹੈ ਜੀ, ਤੁਸੀਂ ਸਾਰੀ ਗੱਲ ਨੂੰ ਸਮਝਦੇ ਹੋ, ਦੇਖਦੇ ਹੋ, ਵਾਚ ਕਰਦੇ ਹੋ। ਹੁਣ ਜਿਵੇਂ ਉਸ ਤੋਂ ਬਾਅਦ ਤੁਸੀਂ ਇਸ ਗੀਤ ਦਾ ਜ਼ਿਕਰ ਕੀਤਾ, ਮੈਂ ਦੋਨਾਂ ਗੱਲਾਂ ਨਾਲ ਜੋੜਦਾ ਗੱਲ ਨੂੰ ਕਿ ਰਣਜੀਤ ਬਾਵਾ ਹੋਰਾਂ ਨੇ ਮੇਰਾ ਗੀਤ ਗਾਇਆ ਸੀਗਾ ਕਿ ਕੋਠੀਆਂ ਵਾਲਿਓ, ਕਾਰਾਂ ਵਾਲਿਓ, ਭਰੇ ਹੋਏ ਪਰਿਵਾਰਾਂ ਵਾਲਿਓ, ਦੁਨੀਆਦਾਰੋ ਚੇਤੇ ਰੱਖਿਓ ਉਹ ਪੁੱਤਰਾਂ ਦੇ ਦਾਨੀ ਨੂੰ, ਬੱਚਿਆਂ ਵਾਲਿਓ ਭੁੱਲ ਨਾ ਜਾਇਓ ਬੱਚਿਆਂ ਦੀ ਕੁਰਬਾਨੀ। ਹੁਣ ਇਹ ਮੈਂ ਕੋਈ ਸੋਚ ਕੇ ਥੋੜ੍ਹੀ ਬਣਾਇਆ, ਮੈਂ ਇਹ ਦੇਖਿਆ ਕਿ ਇਹ ਸਾਰਾ ਕੁਝ ਜਿਹੜਾ ਤੁਸੀਂ ਸਵਾਲ ਕੀਤਾ, ਇਹ ਉਸ ਸਵਾਲ ਦਾ ਹੀ ਸਾਰਾ ਰੂਪ ਹੈ ਇੱਕ ਤਰ੍ਹਾਂ ਨਾਲ, ਕਿ ਜਦੋਂ ਸਾਰੇ ਪਾਸੇ ਮਾਹੌਲ ਆਪੋ ਧਾਪੀ ਦਾ, ਅਸੀਂ ਖੁਦਗਰਜ਼ੀ 'ਚ ਇੰਨੇ ਮਤਲਬ ਗ੍ਰਸਤ ਹੋ ਗਏ, ਅਤੇ ਫਿਰ ਮੈਨੂੰ ਅੰਦਰੋਂ ਇੱਕ ਐਸੀ ਗੱਲ ਉੱਠੀ ਕਿ ਇਹ ਸਾਰਾ ਕੁਛ ਜਿਹੜਾ ਇਹ ਕਿਉਂ ਹੋ ਰਿਹਾ। ਗੀਤ ਬਣ ਗਿਆ। ਇਸੇ ਤਰ੍ਹਾਂ ਹੀ ਸਿੱਖੋ ਆਪਣੇ ਬੱਚਿਆਂ ਨੂੰ ਸਰਹੰਦ ਵਿਖਾ ਕੇ ਲਿਆਵੋ, ਅਤੇ ਮੈਨੂੰ ਲੱਗਦਾ ਹੁੰਦਾ ਸੀ ਕਿ ਐਡੀ ਵੱਡੀ ਕੁਰਬਾਨੀ, ਐਡੀ ਵੱਡੀ ਸ਼ਹਾਦਤ, ਐਡੇ ਵੱਡੇ ਸਾਕੇ ਸਾਡੇ ਇਤਿਹਾਸ ਦਾ ਹਿੱਸਾ ਨੇ, ਤਾਂ ਸਾਨੂੰ ਜਾਗ ਲਾਉਣ ਲਈ ਨਵੀਂ ਪੀੜ੍ਹੀ ਨੂੰ ਸਿਖਾਉਣ ਲਈ, ਸਮਝਾਉਣ ਲਈ ਇਹਨਾਂ ਥਾਵਾਂ 'ਤੇ ਜ਼ਰੂਰ ਲੈ ਕੇ ਜਾਣਾ ਚਾਹੀਦਾ। ਚੋਣਾ ਜੀ 1996 'ਚ ਤੁਹਾਡੇ ਇੱਕ ਗੀਤ ਜਿਹੜਾ ਤੁਸੀਂ ਦੱਸਿਆ ਵੀ ਰਿਕਾਰਡ ਹੋਣ ਦੇ ਲਈ ਗਿਆ, 99 'ਚ ਆਇਆ, ਉਹ ਤੋਂ ਬਾਅਦ ਹੁਣ 2021 ਜਿਹੜਾ ਚੱਲਦਾ, ਜਦੋਂ ਆਪਾਂ ਗੱਲ ਕਰ ਰਹੇ ਹਾਂ ਜੀ, ਤਾਂ ਹੁਣ ਤੱਕ ਕਿੰਨੇ ਗੀਤ ਤੁਸੀਂ ਰਿਕਾਰਡ ਤੁਹਾਡੇ ਹੋ ਚੁੱਕੇ ਨੇ? ਮੇਰੇ 132 ਗੀਤ ਹੁਣ ਤੱਕ ਰਿਲੀਜ਼ ਹੋ ਚੁੱਕੇ ਆ। ਤੇ ਕਿੰਨੇ ਇਹ ਜਿਹੜੇ ਨੇ ਗਾਇਕਾਂ ਨੇ, ਕਲਾਕਾਰਾਂ ਨੇ ਗਾਏ ਨੇ? ਉਹ ਮੈਂ ਖੁਸ਼ਕਿਸਮਤ ਹਾਂ ਕਿ ਮੇਰੇ ਬਹੁਤ ਸਾਰੇ ਜਿਹੜੇ ਪੰਜਾਬ ਦੇ ਮਕਬੂਲ ਪ੍ਰਸਿੱਧ ਜਿਹੜੇ ਗਾਇਕ ਨੇ ਉਹਨਾਂ ਨੇ ਗਾਏ। ਜਿਵੇਂ ਪਹਿਲਾਂ ਵੀ ਮੈਂ ਜ਼ਿਕਰ ਕੀਤਾ ਕਿ ਹੰਸ ਭਾਜੀ ਨੇ, ਹੈ ਨਾ, ਸੂਫੀ ਸਾਹਿਬ ਨੇ, ਹਰਭਜਨ ਮਾਨ ਸਾਹਿਬ ਨੇ, ਬਲਕਾਰ ਸਿੱਧੂ ਸਾਹਿਬ ਨੇ, ਤਾਂ ਮੇਰੇ ਸਭ ਤੋਂ ਵੱਧ ਗੀਤ ਉਹਨਾਂ ਨੇ ਗਾਏ। ਅਤੇ ਹਰਜੀਤ ਹਰਮਨ ਜੀ ਨੇ, ਜਸਬੀਰ ਜੱਸੀ, ਪੰਮੀ ਬਾਈ ਜੀ, ਸਤਵਿੰਦਰ ਬਿੱਟੀ ਜੀ, ਨਿਰਮਲ ਸਿੱਧੂ ਸਾਹਿਬ, ਮਿਸ ਪੂਜਾ, ਹੈ ਨਾ, ਅਤੇ ਬੜੀ ਸੁੱਖ ਨਾਲ ਲੰਬੀ ਸੂਚੀ ਹੈ, ਸੁਖਵਿੰਦਰ ਸੁੱਖੀ, ਮਿੱਕਾ, ਸਲੀਮ, ਹੈ ਨਾ, ਗੁਰਵਿੰਦਰ ਬਰਾੜ, ਵੀਰ ਸੁਖਵੰਤ, ਅਤੇ ਗੁਲਰੇਜ਼ ਅਖਤਰ, ਰਣਜੀਤ ਬਾਵਾ ਹੋਰਾਂ ਦਾ ਜ਼ਿਕਰ ਹੋ ਗਿਆ, ਗੁਰਨਾਮ ਭੁੱਲਰ, ਹੈ ਨਾ, ਅਤੇ ਜਸ ਸੰਧੂ ਮੁੰਡਾ ਨਵਾਂ। ਇਹ ਸਾਰੀਆਂ ਪੀੜ੍ਹੀਆਂ ਹੋ ਗਈਆਂ ਇਕੱਠੀਆਂ ਕਰ ਲਿਆ ਤੁਸੀਂ। ਮੈਂ ਇਸ ਗੱਲੋਂ ਭਾਗਾਂ ਵਾਲਾ ਕਿ ਜਿਹੜੇ ਸੀਨੀਅਰ ਮੋਸਟ ਕਹਿ ਲਓ, ਹੈ ਨਾ। ਨਹੀਂ ਗੱਲ ਇਹ ਹੈ ਨਾ ਟਵਾਣਾ ਜੀ, ਕਈ ਵਾਰ ਕੀ ਹੁੰਦਾ, ਜਿਹੜੇ ਪਹਿਲੇ ਗਾਇਕ ਨੇ ਉਹਨਾਂ ਦੀ ਗਾਇਕੀ ਥੋੜ੍ਹੀ ਜਿਹੀ ਅਲੱਗ ਕਿਸਮ ਦੀ ਹੈ, ਨਵੇਂ ਵਾਲਿਆਂ ਦੀ ਅਲੱਗ ਕਿਸਮ ਦੀ ਹੈ, ਤਾਂ ਕਰਕੇ ਥੋੜ੍ਹਾ ਟੇਸਟ ਵੱਖਰਾ ਜਿਹਾ ਹੋ ਜਾਂਦਾ। ਪਰ ਤੁਹਾਡਾ ਜਿਹੜਾ ਕਲਮ ਤੋਂ ਗੀਤ ਨਿਕਲੇ, ਉਹ ਸਾਰੇ ਹਰ ਇੱਕ ਮਤਲਬ ਉਹਨਾਂ ਨੇ ਗਾਏ ਨੇ। ਹਾਂ, ਮੈਂ ਇਸ ਗੱਲੋਂ ਲੱਕੀ ਹਾਂ ਕਿ ਮੈਨੂੰ ਬਹੁਤ ਸਾਰੇ ਜਿਹੜੇ ਸੀਨੀਅਰ ਆਰਟਿਸਟ ਨੇ ਉਹਨਾਂ ਨਾਲ ਵੀ ਕੰਮ ਕਰਨ ਦਾ ਮੌਕਾ ਮਿਲਿਆ, ਮੇਰੀਆਂ ਲਿਖਤਾਂ ਉਹਨਾਂ ਨੇ ਵੀ ਗਾਈਆਂ। ਅਤੇ ਬਿਲਕੁਲ ਨਵੇਂ ਜਿਹੜੇ ਹੁਣ ਮੁੰਡੇ ਅੱਜ ਦੀ ਡੇਟ 'ਚ ਮੁੰਡੇ ਕੁੜੀਆਂ ਚੱਲ ਰਹੇ, ਈਵਨ ਦੇਖੋ ਹੁਣ ਜਿਵੇਂ ਗੁਲਰੇਜ਼ ਅਖਤਰ ਹੋਰਾਂ ਨੇ ਅਤੇ ਗੁਰਨਾਮ ਭੁੱਲਰ ਨੇ ਇੱਕ ਫਿਲਮ ਆਈ ਸੀ ਪਿੱਛੇ, ਮੇਰਾ ਉਹਦੇ ਵਿੱਚ ਗੀਤ ਗਾਇਆ ਉਹਨਾਂ ਨੇ, ਦੋਨਾਂ ਆਰਟਿਸਟਾਂ ਨੇ। ਦੁਗਾਣਾ ਸੀਗਾ ਕਿ ਅਫਸਰ ਤੂੰ ਬਣਿਆ, ਹੈ ਨਾ। ਅਤੇ ਸੋ ਇਹ ਜਿਹੜਾ ਮੈਂ ਭਾਗਾਂ ਵਾਲਾ ਆਪਦੇ ਆਪ ਨੂੰ ਮੰਨਦਾ। ਅਤੇ ਤਾਂ ਚਲੋ ਹੁਣ ਤੁਸੀਂ ਥੋੜ੍ਹੇ ਜਿਹੇ ਉਦਾਸ ਗੀਤ ਵੀ ਸੁਣਾਏ, ਜ਼ਿੰਦਗੀ ਨਾਲ ਜੁੜੇ ਹੋਏ ਵੀ ਸੁਣਾਏ, ਧਾਰਮਿਕ ਸੁਣਾਏ, ਪਰ ਇੱਕ ਹੁੰਦਾ ਵੀ ਥੋੜ੍ਹੇ ਜਿਹੇ ਮਤਲਬ ਭੰਗੜੇ ਜਿਹੇ ਵਾਲੇ, ਇਸ਼ਕ ਉਸ਼ਕ ਜਿਹੇ ਵਾਲੇ, ਉਹਦੇ ਵੀ ਇੱਕ ਦੋ ਗੀਤ ਸਾਡੇ ਨਾਲ ਜ਼ਰੂਰ ਸਾਂਝੇ ਕਰੋ। ਇਸ਼ਕ ਦੇਖੋ ਮੁਹੱਬਤ ਹਿੱਸਾ, ਦੌਲਤਾਂ ਮਿਲ ਗਈਆਂ, ਸ਼ੌਹਰਤਾਂ ਮਿਲ ਗਈਆਂ, ਮੁਹੱਬਤ ਦੀ ਗੱਲ ਸੀ, ਹੈ ਨਾ। ਤੂੰ ਫੁਲਕਾਰੀ 'ਚ ਰੋਮਾਂਸ ਸੀ, ਗੀਤ ਸੀ ਬਲਕਾਰ ਸਿੱਧੂ ਸਾਹਿਬ ਨੇ ਗਾਇਆ, ਤੇਰੇ ਉੱਤੇ ਮਰ ਮਿੱਟੀ। ਮੈਂ ਤੂੰ ਫੁਲਕਾਰੀ ਕੱਢਦੀ ਕੱਢੇ ਤੇਰੀ ਫੁਲਕਾਰੀ ਸਾਡੀ ਜਾਨ, ਤੁਹਾਡੀ ਆਵਾਜ਼ ਸੁਣਾਂਗੇ। ਨਹੀਂ ਦੇਖੋ, ਜੇ ਅਖੀਰਲਾ ਪੈਰਾ ਹੋ ਜਾਵੇ। ਹਾਂ, ਉਹ ਇਹ ਵੀ ਮੈਂ ਤਾਂ ਦੇਖੋ ਮੈਂ ਚਲੋ ਲਾਈਨਾਂ ਹੀ ਸੁਣਾ ਲਓ। ਹਾਂ, ਉਹ ਇਹ ਸੀਗਾ ਕਿ ਇਹੋ ਫੁਲਕਾਰੀ ਤੇਰੇ ਸਿਰ 'ਤੇ ਸਜਾ ਕੇ ਨਹੀਂ, ਲੈ ਜੂਗਾ ਟਿਵਾਣਾ ਤੈਨੂੰ ਡੋਲੀ 'ਚ ਬਿਠਾ ਕੇ ਨਹੀਂ, ਮਹਿਲ ਕਲਾਂ ਦੀ ਬਣਾਊ ਤੈਨੂੰ ਸ਼ਾਨ, ਤੂੰ ਫੁਲਕਾਰੀ ਕੱਢਦੀ ਕੱਢੇ ਤੇਰੀ ਫੁਲਕਾਰੀ ਸਾਡੀ ਜਾਨ। ਤੇ ਫਿਰ ਜਿੱਦਣ ਮਹਿਲ ਕਲਾਂ ਡੋਲੀ ਆਈ, ਉਦੋਂ ਗੀਤ ਚੱਲਿਆ? ਨਹੀਂ, ਗੀਤ ਪਹਿਲਾਂ ਆ ਗਿਆ ਸੀ। ਅੱਛਾ, ਡੋਲੀ ਬਾਅਦ ਚ ਆਈ ਹੈ। ਇਹ ਹੁੰਦਾ ਨਾ ਵੀ ਜਦੋਂ ਆਪਣੇ ਗੀਤ ਵਿਆਹ ਤੇ ਆਪਣੇ 'ਚ ਵੱਜਦੇ ਆ ਨਾ, ਉਹ ਮੈਂ ਮਾਫੀ, ਆਹੋ ਇਹ ਗੱਲ ਹੈਗੀ ਕਿ ਗੀਤ ਆਇਆ ਤਾਂ ਹੋਰ ਗੀਤ ਵੀ ਬਹੁਤ ਚੱਲੇ ਸੀ, ਇਕੱਲਾ ਹੀ ਨਹੀਂ ਚੱਲਿਆ ਸੀ। ਤੇ ਚਲਾਓ ਇੱਕ ਅੱਧਾ, ਤੁਸੀਂ ਸੁਣਾ ਨਹੀਂ ਰਹੇ ਕੋਈ? ਜੀ ਜੀ, ਹੋਰ ਇੱਕ ਅੱਧਾ ਗੀਤ ਜ਼ਰੂਰ ਹੋ ਜਾਵੇ। ਬਹੁਤ ਸਾਰੀਆਂ ਰਚਨਾਵਾਂ ਹੁੰਦੀਆਂ ਜਿਹੜੀਆਂ ਰਿਕਾਰਡ ਹੋ ਕੇ ਤਕਰੀਬਨ ਆ ਗਈਆਂ, ਅਤੇ ਮੈਨੂੰ ਲੱਗਦਾ ਹੁੰਦਾ ਕਿ ਗੀਤ ਉਹੀ ਗੱਲ ਜਿਵੇਂ ਪਹਿਲਾਂ ਗੱਲ ਕੀਤੀ ਹੈ, ਗੀਤ ਸ਼ਾਇਦ ਐਂ ਸੁਣ ਕੇ ਮਜ਼ਾ ਨਹੀਂ ਆਉਂਦਾ,
ਗੀਤ ਅਸਲ 'ਚ ਗਾਇਕੀ ਦੇ ਰੂਪ 'ਚ ਹੀ ਆਵੇ ਤਾਂ ਜ਼ਿਆਦਾ ਵਧੀਆ ਹੁੰਦਾ। ਸਹੀ ਗੱਲ ਹੈ ਜੀ, ਚਲੋ ਇਹ ਤਾਂ ਹੁੰਦਾ। ਹਾਂ ਤੇ ਟਵਾਣਾ ਜੀ, ਇਹ ਤਾਂ ਆਪਾਂ ਹੁਣ ਗੱਲਬਾਤ ਤੁਸੀਂ ਆਪਾਂ ਕੀਤੀ ਤੁਹਾਡੇ ਗਾਇਕੀ ਦੇ ਸਫ਼ਰ ਤੇ, ਪਰ ਨਾਲ ਦੀ ਨਾਲ ਜਿਹੜੀ ਜ਼ਿੰਦਗੀ ਹੈ ਨਾ ਉਹ ਇਕੱਲੀ ਗੀਤਕਾਰੀ ਤੇ ਨਹੀਂ ਚੱਲਦੀ ਜੀ। ਜ਼ਿੰਦਗੀ ਦੇ ਵਿੱਚ ਕਹਿ ਦਈਏ ਹੋਰ ਜ਼ਿੰਮੇਵਾਰੀਆਂ ਵੀ ਹੁੰਦੀਆਂ ਨੇ। ਜੀ। ਜਦ ਤੱਕ 4 ਪੈਸੇ ਜੇਬ 'ਚ ਨਾ ਹੋਣ, ਜਦ ਤੱਕ ਮੈਨੂੰ ਲੱਗਦਾ ਕਈ ਵਾਰ ਕਲਮ ਵੀ ਨਾਰਾਜ਼ ਹੋ ਜਾਂਦੀ ਆ, ਜੀ ਹੈ ਨਾ ਜੀ। ਤਾਂ ਇਹ ਪਾਸੇ ਨੂੰ ਫਿਰ ਨਾਲ ਦੀ ਨਾਲ ਗੀਤਕਾਰੀ ਦੀ ਕਲਮ ਦੇ ਨਾਲ ਜ਼ਿੰਦਗੀ ਦਾ ਸਫ਼ਰ ਦੇ ਵਿੱਚ ਕਲਮ ਨਾਰਾਜ਼ ਨਹੀਂ ਹੁੰਦੀ, ਅਸਲ 'ਚ ਘਰ ਦੇ ਨਾਰਾਜ਼ ਹੋ ਜਾਂਦੇ ਆ। ਉਹ ਗੱਲ ਤਾਂ ਘੁੰਮ ਫਿਰ ਕਿਉਂਕਿ ਗਿਆ। ਕਲਮ ਜਿਹੜੀ ਹੈ, ਕਲਮ ਤੁਹਾਨੂੰ ਕੋਈ ਮਿਹਣਾ ਨਹੀਂ ਮਾਰਦੀ, ਕਲਮ ਤੁਹਾਨੂੰ ਕੋਈ ਤੰਗ ਨਹੀਂ ਕਰਦੀ। ਕਲਮ ਤਾਂ ਮੈਂ ਭਾਗਾਂ ਵਾਲਾ ਮੰਨਦਾ ਕਿ ਮਾਲਕ ਨੇ ਮੈਨੂੰ ਕਲਮ ਦਿੱਤੀ, ਇੱਕ ਐਸਾ ਹੁਨਰ ਦਿੱਤਾ ਪਰਮਾਤਮਾ ਨੇ। ਤੁਸੀਂ ਦੇਖੋ ਵੀ ਉਸ ਜ਼ਰੀਏ ਉਹਦੇ ਕਿੰਨੇ ਪਿਆਰ, ਕਿੰਨੇ ਲੋਕਾਂ ਦਾ ਪਿਆਰ, ਕਿੰਨੇ ਲੋਕਾਂ ਦਾ ਸਤਿਕਾਰ। ਹੁਣ ਜਿਹੜੀ ਇੰਟਰਵਿਊ ਆਪਾਂ ਗੱਲਬਾਤ ਕਰ ਰਹੇ ਹਾਂ, ਹੁਣ ਦੇਖੋ ਦੇਖਣ ਵਾਲੇ ਦਰਸ਼ਕ ਜਿਹੜੇ ਹੈ ਤੇ ਜ਼ਿਆਦਾਤਰ ਤੁਹਾਡਾ ਜਿਹੜਾ ਟੀਵੀ ਕੈਨੇਡਾ ਅਮਰੀਕਾ ਜ਼ਿਆਦਾ ਹੈ ਨਾ, ਤਾਂ ਉਹਦੇ ਨਾਲ ਰਾਬਤਾ ਬਣੂਗਾ। ਜਦੋਂ ਫਿਰ ਇਹੀ YouTube ਦੇ ਉੱਤੇ ਆ ਜਾਣਾ, ਪੂਰੀ ਦੁਨੀਆ ਜਾਊਗਾ। ਜਿੰਨਾ ਲੋਕਾਂ ਨੂੰ, ਜਿੰਨਾ ਸਤਿਕਾਰਯੋਗ ਸੱਜਣਾ ਸ਼ਖਸੀਅਤਾਂ ਨੂੰ ਮੈਂ ਕਦੇ ਮਿਲੇ ਹੀ ਨਹੀਂ, ਮੈਨੂੰ ਗੀਤਾਂ ਦੇ ਜ਼ਰੀਏ ਉਹਨਾਂ ਦਾ ਕਿੰਨਾ ਪਿਆਰ ਮਿਲਦਾ। ਸੋ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਕਲਾ ਜਿਹੜੀ ਹੈ ਨਾ, ਇਹ ਬਹੁਤ ਵੱਡਾ ਇੱਕ ਮਾਲਕ ਵੱਲੋਂ ਬਖਸ਼ਿਆ ਤੁਹਾਨੂੰ ਇੱਕ ਵਰਦਾਨ ਹੁੰਦਾ, ਔਰ ਮੈਂ ਉਹਦੀ ਬਹੁਤ ਕਦਰ ਕਰਦਾ ਹਮੇਸ਼ਾ ਹੀ। ਤੇ ਬਾਕੀ ਜਿਹੜੀ ਗੱਲ ਤੁਸੀਂ ਉਹ ਕੀਤੀ ਹੈ ਕਿ ਨਾਰਾਜ਼ਗੀ ਹੁੰਦੀ ਹੈ, ਉਹ ਬਿਲਕੁਲ ਪੇਟਨ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ। ਤੇ ਮੈਂ ਲੱਕੀ ਹਾਂ ਕਿ ਮੈਨੂੰ ਇਸ ਕੰਮ ਨੇ ਰੁਜ਼ਗਾਰ ਵੀ ਦਿੱਤਾ ਹੈ, ਤੇ ਰੁਜ਼ਗਾਰ ਦੇ ਨਾਲ ਮਤਲਬ ਮੇਰਾ ਰੁਜ਼ਗਾਰ ਵੀ ਇੱਕ ਤਰ੍ਹਾਂ ਨਾਲ ਹੈ ਜੀ, ਤੇ ਮੈਂ ਸੰਤੁਸ਼ਟ ਹਾਂ ਇਸ ਗੱਲੋਂ। ਤੇ ਬਾਕੀ ਥੋੜ੍ਹਾ ਬਹੁਤ ਨਾਲ ਹੋਰ ਵੀ ਕੰਮ ਕਰ ਲਈ। ਤੁਸੀਂ ਪ੍ਰੋਫੈਸਰ ਐਜ਼ ਅ ਕਾਲਜ ਦੇ ਵਿੱਚ? ਮੈਂ ਪਹਿਲਾਂ ਸਕੂਲ 'ਚ ਪੜ੍ਹਾਇਆ, ਹਾਂਜੀ, ਫਿਰ ਕਾਲਜ ਪੜ੍ਹਾਇਆ, ਫਿਰ ਦੋਨੋਂ ਤਰ੍ਹਾਂ ਦੀ ਨੌਕਰੀ ਛੱਡ ਕੇ ਫਿਰ ਹੁਣ ਸਿਰਫ ਤੇ ਸਿਰਫ ਮੈਂ ਇਸੇ ਫੀਲਡ ਨੂੰ ਸਮਰਪਿਤ ਹਾਂ, ਲਿਖਣ, ਗਾਉਣ, ਪੜ੍ਹਨ ਨੂੰ, ਸਾਰੇ ਇਸੇ ਕੰਮ ਨੂੰ ਸਮਰਪਿਤ ਹਾਂ। ਅਤੇ ਟਵਾਣਾ ਜੀ, ਗੱਲ ਇਹ ਹੈ ਵੀ ਅਕਸਰ ਅਸੀਂ ਇੰਟਰਵਿਊ ਦੇਖਦੇ ਹਾਂ ਅਤੇ ਸੁਣਦੇ ਹਾਂ ਪੁਰਾਣੇ ਜਿਹੜੇ ਗੀਤਕਾਰ ਨੇ, ਜਿਹਨਾਂ ਨੇ ਗੀਤ ਲਿਖੇ ਨੇ, ਉਹਨਾਂ ਦੀ ਇੱਕ ਨਾਰਾਜ਼ਗੀ ਹੁੰਦੀ ਹੈ ਵੀ ਭਾਈ ਸਾਨੂੰ ਸਾਡੇ ਗੀਤ ਦੀ ਜਿਹੜੇ ਬਣਦੀ ਮਿਹਨਤ ਨਹੀਂ ਮਿਲੀ ਜੀ। ਦੇਖੋ ਇਹਦੇ ਵਿੱਚ ਆਪਾਂ ਹੁਣ ਕਲਮ ਨੇ ਲਿਖਤਾ ਜੀ, ਇਹ ਤੇ ਡਿਪੈਂਡ ਕਰਦਾ ਵੀ ਉਹ ਗੀਤ ਕਿੰਨਾ ਕੁ ਮਕਬੂਲ ਹੋਇਆ। ਕਈ ਵਾਰ ਬਹੁਤ ਸੋਹਣੇ ਗੀਤ ਹੁੰਦੇ ਨੇ, ਉਹ ਜ਼ਿਆਦਾ ਨਹੀਂ ਫੇਮਸ ਮਸ਼ਹੂਰ ਹੁੰਦੇ, ਅਤੇ ਕਈ ਵਾਰ ਤੇ ਇਹ ਚੀਜ਼ ਹੁੰਦਾ। ਤਾਂ ਲੇਖਕਾਂ ਦਾ ਹੁੰਦਾ ਵੀ ਸਾਨੂੰ ਜਿਹੜੇ ਗਾਇਕ ਨੇ ਸਾਨੂੰ ਉਹਦੀ ਪੈਸੇ ਨਹੀਂ ਦਿੱਤੇ ਹੈ, ਜਾਂ ਉਹਦਾ ਇਹ ਚੀਜ਼ਾਂ ਦੀ ਨਾਰਾਜ਼ਗੀ ਹੁੰਦੀ ਹੈ। ਕਿੰਨੀਆਂ ਹੀ ਆਪਾਂ ਇੰਟਰਵਿਊ ਦੇਖਦੇ ਹਾਂ ਵੀ ਸਾਡੇ ਗੀਤ ਗਾ ਕੇ ਕਿੱਡੇ ਕਿੱਡੇ ਸਿੰਗਰ ਕਿੰਨੇ ਮਸ਼ਹੂਰ ਹੋ ਗਏ, ਪਰ ਸਾਡੀ ਸਾਰ ਨਹੀਂ ਲਈ। ਇਹ ਪਾਸੇ ਨੂੰ ਤੁਹਾਡਾ ਤਜਰਬਾ ਕਿਵੇਂ ਦਾ? ਦੇਖੋ ਇਹ ਜਿਹੜਾ ਹੈਗਾ ਨਹੀਂ ਹੋਣਾ ਚਾਹੀਦਾ। ਅਗਰ ਕਿਸੇ ਨੇ ਕਿਸੇ ਨਾਲ ਧੱਕਾ ਕੀਤਾ ਤਾਂ ਨਹੀਂ ਹੋਣਾ ਚਾਹੀਦਾ। ਤੇ ਇੱਕ ਮਿਊਚੁਅਲ ਅੰਡਰਸਟੈਂਡਿੰਗ ਹੈ ਨਾ, ਇੱਕ ਤੁਹਾਡੀ ਆਪਸੀ ਸਾਂਝ ਹੋਣੀ ਚਾਹੀਦੀ ਹੈ। ਕਿਉਂਕਿ ਮੈਨੂੰ ਇਹ ਜਿਵੇਂ ਤੁਸੀਂ ਜ਼ਿਕਰ ਕੀਤਾ ਨਾ ਕਿ ਫਲਾਣਾ ਗੀਤ ਮਕਬੂਲ ਹੋਇਆ ਜਾਂ ਫਲਾਣਾ ਨਹੀਂ ਮਕਬੂਲ ਹੋਇਆ, ਮਸਲਾ ਮਕਬੂਲ ਹੋਣਾ ਜਾਂ ਨਾ ਮਕਬੂਲ ਹੋਣਾ ਨਹੀਂ ਹੁੰਦਾ। ਰਚਨਾਕਾਰ ਨੇ ਰਚਨਾ ਕੀਤੀ ਹੈ, ਉਹਨੇ ਆਪਦਾ ਕੰਮ ਵੀ, ਫਰਜ਼ ਕਰ ਲਓ ਮੈਂ ਅੱਜ ਇਸ ਸਟੇਜ 'ਤੇ ਹਾਂ, ਤਾਂ ਮੇਰੀ ਇਹ ਕੋਈ ਅੱਜ ਦੀ ਗੱਲ ਨਹੀਂ, ਮੈਂ ਕੋਈ ਗੀਤ ਲਿਖ ਕੇ ਦਿੱਤਾ ਤਾਂ ਮੈਂ 10-20 ਮਿੰਟਾਂ ਦਾ ਕੰਮ ਹੈ। ਮੇਰੀ ਪਿਛਲੇ 25 ਸਾਲਾਂ ਦੀ ਇਹੀ ਕਮਾਈ ਹੈ। ਮੈਂ ਇੱਕ ਬੰਦੇ ਨੂੰ ਜਿੰਨਾ ਮੈਂ ਆਪਦਾ ਟਾਈਮ ਦੇ ਰਿਹਾ, ਕੰਮ ਕਰ ਰਿਹਾ, ਗੱਡਾ ਕਿਤਾਬਾਂ ਦਾ ਕਿਸੇ ਬੰਦੇ ਨੂੰ ਪੜ੍ਹਾ ਦਿਓ, DC ਲੱਗ ਜਾਂਦਾ ਅਗਲਾ ਜੀ, ਹੈ ਨਾ। ਤੇ ਸੋ ਸਾਡੀ ਇਹ ਮਿਹਨਤ ਹੈ, ਸਾਡਾ ਇਹ ਹੋਮਵਰਕ ਹੈ, ਉਹਦਾ ਇਵਜ਼ਾਨਾ ਜ਼ਰੂਰ ਮਿਲਣਾ ਚਾਹੀਦਾ। ਮੈਂ ਲੱਕੀ ਹਾਂ ਕਿ ਮੈਨੂੰ ਮਿਲਿਆ, ਠੀਕ ਹੈ। ਬਹੁਤ ਸ਼ੁਰੂਆਤੀ ਸਟੇਜ ਦੇ ਵਿੱਚ ਮੈਨੂੰ ਵੀ ਕੁਛ ਨਹੀਂ ਮਿਲਿਆ, ਹੈ ਨਾ, ਤੇ ਔਰ ਸਾਰਿਆਂ ਨੂੰ ਮਿਲਦਾ ਨਹੀਂ। ਇਹ ਇੱਕ ਬਹੁਤ ਵੱਡਾ ਦੁਖਾਂਤ ਹੈ ਸਾਡਾ। ਹੋਣਾ ਹੀ ਚਾਹੀਦਾ, ਪ੍ਰੋਫੈਸ਼ਨਲਿਜ਼ਮ ਹੋਣਾ ਚਾਹੀਦਾ ਕਿ ਮੈਂ ਫਰਜ਼ ਕਰ ਲਓ ਰਚਨਾ ਕੀਤੀ, ਤੁਸੀਂ ਗਾਈ, ਬਾਕਾਇਦਾ ਰੂਪ ਦੇ ਵਿੱਚ ਉਹਦੀ ਪੇਮੈਂਟ ਹੋਣੀ ਚਾਹੀਦੀ ਹੈ। ਜਦੋਂ ਹੋਰਾਂ ਜਿਹੜੇ ਵੀਡੀਓ ਡਾਇਰੈਕਟਰਸ ਨੇ, ਮਿਊਜ਼ਿਕ ਡਾਇਰੈਕਟਰਸ ਨੇ, ਹੋਰਾਂ ਥਾਵਾਂ ਦੇ ਉੱਤੇ ਉਹ ਪੇਮੈਂਟ ਹੋ ਰਹੀ ਹੈ, ਤਾਂ ਗੀਤਕਾਰ ਨੂੰ ਹੋਣੀ ਚਾਹੀਦੀ ਹੈ। ਔਰ ਇਹ ਗੱਲ ਵੀ ਨਹੀਂ ਕਿ ਮਿਹਨਤਾਨਾ ਜਾਂ ਸੇਵਾ, ਹੈ ਨਾ, ਜਾਂ ਇੱਕ ਵਿਤੜ ਫੁੱਲ ਮਿਲਣਾ, ਇਹ ਸ਼ਬਦ ਨਹੀਂ ਹੋਣੇ ਚਾਹੀਦੇ। ਇੱਕ ਇਮੋਸ਼ਨਲ ਬਲੈਕਮੇਲਿੰਗ ਹੀ ਹੈ ਜੀ। ਇੱਕ ਹੱਕ ਹੈ ਸਾਡਾ, ਹੱਕ ਮਿਲਣਾ ਚਾਹੀਦਾ ਔਰ ਹੱਕ ਦੇਣਾ ਚਾਹੀਦਾ ਜਦੋਂ ਅਸੀਂ ਹੋਰਾਂ ਨੂੰ ਦੇ ਰਹੇ ਹਾਂ। ਸੋ ਇੱਕ ਮਿਊਚੁਅਲ ਅੰਡਰਸਟੈਂਡਿੰਗ ਹੈ। ਰਾਈਟਰ, ਸਿੰਗਰ, ਮਿਊਜ਼ਿਕ ਡਾਇਰੈਕਟਰ, ਵੀਡੀਓ ਡਾਇਰੈਕਟਰ, ਕੰਪਨੀ, ਇਹ ਇੱਕ ਤਰ੍ਹਾਂ ਨਾਲ ਪਰਿਵਾਰ ਹੁੰਦਾ, ਇੱਕ ਟੀਮ ਹੁੰਦੀ ਹੈ। ਇਹ ਟੀਮ ਨੂੰ ਇੱਕ ਬਰਾਬਰ 'ਤੇ ਸੋਚ ਕੇ ਕੰਮ ਕਰਨਾ ਚਾਹੀਦਾ। ਔਰ ਲੰਮਾ ਸਮਾਂ ਤਾਂ ਇਹ ਟੀਮਾਂ ਚੱਲਦੀਆਂ। ਅੱਜ ਕੱਲ੍ਹ ਲੰਮਾ ਸਮਾਂ ਟੀਮ ਕਿਉਂ ਨਹੀਂ ਚੱਲਦੀ? ਉਹਦਾ ਕਾਰਨ ਇਹੀ ਹੈ ਕਿ ਆਪੋ ਧਾਪੀ ਹੈ ਜੀ, ਆਪੋ ਧਾਪੀ ਬਹੁਤਾ ਦੇਰ ਨਹੀਂ ਚੱਲਦੀ। ਸੋ ਇੱਕ ਟੀਮ ਵਰਕ ਹੈ, ਟੀਮ ਦੇ ਤੌਰ 'ਤੇ ਕੰਮ ਕਰਨਾ ਚਾਹੀਦਾ। ਅਤੇ ਟਵਾਣਾ ਜੀ, ਨਾਲ ਜਿਵੇਂ ਤੁਸੀਂ ਐਮਫਿਲ ਵੀ ਤੁਸੀਂ ਕੀਤੀ ਹੈ ਜੀ, ਉਹਦੇ ਲਈ ਫਿਰ ਤੁਹਾਨੂੰ ਕਿਤਾਬ ਦੀ ਰਚਨਾ ਵੀ ਕਰਨੀ ਪਈ ਜੀ, ਅਤੇ ਇਹ ਫਿਰ ਨਾਲ ਦੀ ਨਾਲ ਜਿਹੜਾ ਸਾਹਿਤਕ ਵਾਲੇ ਪਾਸੇ ਨੂੰ ਗਤੀਵਿਧੀਆਂ ਦੇ ਵਿੱਚ ਵੀ ਤੁਹਾਡਾ ਰੁਝਾਨ ਕਿੱਦਾਂ?
ਮੇਰਾ ਰਹਿੰਦਾ ਅਕਸਰ। ਮੈਂ ਜਿਵੇਂ ਹੁਣ ਬਹੁਤ ਸਾਰੇ ਗੀਤਕਾਰ ਘੱਟ ਦੇਖੇ ਜਾਂਦੇ ਨੇ ਨਾ ਇਹ ਮੰਚਾਂ ਦੇ ਉੱਤੇ, ਦੇਖੋ ਤੁਹਾਡਾ ਇਸ ਪ੍ਰਤੀ ਬਹੁਤ ਮੈਨੂੰ ਇਹ ਵਧੀਆ ਕਿ ਮੈਂ ਗੀਤ ਦਰਬਾਰਾਂ, ਮੈਂ ਕਵੀ ਦਰਬਾਰਾਂ 'ਚ ਜਾਂਦਾ। ਮੈਂ ਹੁਣ ਪਿੱਛੇ ਜੇ ਪਿਛਲੇ ਸਾਲ, ਉਦੋਂ ਪਿਛਲੇ ਸਾਲ ਵੀ ਜਿਹੜਾ ਲਾਲ ਕਿਲ੍ਹੇ ਤੇ ਪਹਿਲਾਂ ਹੁੰਦਾ ਸੀ ਕਵੀ ਦਰਬਾਰ, ਰਾਸ਼ਟਰੀ ਕਵੀ ਦਰਬਾਰ 26 ਜਨਵਰੀ ਤੇ 15 ਅਗਸਤ ਨੂੰ ਹੁੰਦਾ, ਤੇ ਮੈਨੂੰ ਦਿੱਲੀ ਅਕੈਡਮੀ ਵੱਲੋਂ ਉੱਥੇ ਵੀ ਬੁਲਾਇਆ ਗਿਆ, ਮੈਂ ਉੱਥੇ ਵੀ ਜਾਂਦਾ। ਪੰਜਾਬ ਸਾਹਿਤ ਅਕੈਡਮੀ ਚੰਡੀਗੜ੍ਹ ਦਾ ਮੈਂ ਐਸੋਸੀਏਟ ਮੈਂਬਰ ਰਿਹਾ ਪਹਿਲਾਂ ਜੀ, ਤੇ ਇਸੇ ਤਰ੍ਹਾਂ ਸਾਹਿਤ ਸਭਾਵਾਂ ਦੇ ਵਿੱਚ ਬਹੁਤ ਸਾਰੇ ਥਾਵਾਂ ਤੇ ਮੈਨੂੰ ਜਾਣ ਦਾ ਮੌਕਾ ਮਿਲਦਾ, ਤੇ ਮੈਂ ਆਪਦੀ ਰਚਨਾ ਜਿਹੜੀ ਉੱਥੇ ਸੁਣਾਉਣਾ। ਸੋ ਮੈਨੂੰ ਇਹ ਹੁੰਦਾ, ਜਿਹੜੀ ਗੱਲ ਤੁਸੀਂ ਜਿੱਥੋਂ ਸ਼ੁਰੂ ਕੀਤਾ ਸੀ ਨਾ, ਕਿ ਪਾੜਾ ਜਿਹੜਾ ਦੂਰ ਕਰਨ ਦੀ ਲੋੜ ਹੈ। ਸਾਡੇ ਜਿਹੜੇ ਰਿਕਾਰਡਡ ਗੀਤਕਾਰ ਨੇ ਉਹਨਾਂ ਨੂੰ ਇਹਨਾਂ ਸਭਾਵਾਂ ਦੇ ਵਿੱਚ ਵੀ ਸੱਦਿਆ ਜਾਣਾ ਚਾਹੀਦਾ ਤੇ ਜਾਣਾ ਚਾਹੀਦਾ, ਤੇ ਜਿਹੜੇ ਇਹਨਾਂ ਸਭਾਵਾਂ ਦੇ ਵਿੱਚ ਲਿਖਣ ਵਾਲੇ ਸਾਹਿਤਕਾਰ ਨੇ, ਖਾਸ ਤੌਰ ਤੇ ਗੀਤ ਲਿਖਦੇ ਨੇ, ਉਹਨਾਂ ਨੂੰ ਰਿਕਾਰਡਿੰਗ ਵਾਲੇ ਪਾਸੇ ਵੀ ਆਉਣਾ ਚਾਹੀਦਾ। ਇਹ ਇੱਕ ਜਿਹੜਾ ਖੱਪਾ, ਇਹ ਗੈਪ ਹੈ, ਇਹ ਪੂਰਿਆ ਜਾਣਾ ਚਾਹੀਦਾ, ਤਾਂ ਕਿ ਜਿਹੜੀ ਸਾਹਿਤਕ ਰੰਗ ਹੈ ਉਹ ਸਾਡੇ ਗੀਤਾਂ 'ਚ ਆਵੇ, ਤੇ ਜਿਹੜੀ ਸਾਡੀ ਗੀਤਕਾਰੀ ਹੈ ਉਹਨੂੰ ਇੱਕ ਸਾਹਿਤਕਾਰਾਂ ਦਾ ਇੱਕ ਪਲੇਟਫਾਰਮ ਵੀ ਮਿਲੇ। ਤੇ ਟਵਾਣਾ ਜੀ, ਪ੍ਰੋਗਰਾਮ ਦੀ ਆਪਾਂ ਸਮਾਪਤੀ ਕਰੀਏ ਤਾਂ ਮੈਂ ਚਾਹੂੰਗਾ ਕਿ ਕਿਸੇ ਗੀਤ ਤੁਹਾਨੂੰ ਉਹਦੀਆਂ 2 ਸਤਰਾਂ ਸਾਡੇ ਨਾਲ ਜ਼ਰੂਰ ਤੁਸੀਂ ਸਾਂਝੀਆਂ ਕਰੋ ਜੀ, ਤੇ ਫਿਰ ਆਪਾਂ ਪ੍ਰੋਗਰਾਮ ਨੂੰ ਸਮਾਪਤ ਕਰੀਏ। ਤੁਹਾਡਾ ਪਹਿਲਾਂ ਤਾਂ ਬਹੁਤ ਸ਼ੁਕਰੀਆ ਪੂਰੀ ਟੀਮ ਦਾ ਔਰ ਸਾਰੇ ਦਰਸ਼ਕਾਂ ਸਰੋਤਿਆਂ ਦਾ, ਜਿਨ੍ਹਾਂ ਨੇ ਮੇਰੇ ਗੀਤਾਂ ਨੂੰ ਬਹੁਤ ਪਿਆਰ ਦਿੱਤਾ, ਸਤਿਕਾਰ ਦਿੱਤਾ, ਔਰ ਉਸ ਪਿਆਰ ਸਤਿਕਾਰ ਕਰਕੇ ਹੀ ਅੱਜ ਮੈਂ ਤੁਹਾਡੇ ਰੂਬਰੂ ਹੋਣ ਜੋਗਾ ਹੋਇਆ। ਤੇ ਮੇਰਾ ਇੱਕ ਗੀਤ ਸੀ, ਸੂਫੀ ਸਾਹਿਬ ਨੇ ਗਾਇਆ ਜੀ, ਤੇ ਉਹ ਮੈਂ 2 ਲਾਈਨਾਂ ਉਹਦੀਆਂ ਗੁਣਗੁਣਾ ਦਿੰਦਾ ਜੀ। ਤਰਨਮ 'ਚ। ਜਿੰਨਾ ਰਾਵਾਂ ਚੋਂ ਤੂੰ ਆਵੇਂ ਉਹਨਾਂ ਰਾਵਾਂ ਨੂੰ ਸਲਾਮ, ਜਿੰਨਾ ਰਾਵਾਂ ਚੋਂ ਤੂੰ ਆਵੇਂ ਉਹਨਾਂ ਰਾਵਾਂ ਨੂੰ ਸਲਾਮ, ਤੇਰੇ ਸ਼ਹਿਰ ਵੱਲੋਂ ਆਉਂਦੀਆਂ, ਸ਼ਹਿਰ ਵੱਲੋਂ ਆਉਂਦੀਆਂ ਹਵਾਵਾਂ ਨੂੰ ਸਲਾਮ, ਜਿੰਨਾ ਰਾਵਾਂ ਚੋਂ ਤੂੰ ਆਵੇਂ ਉਹਨਾਂ ਰਾਵਾਂ ਨੂੰ ਸਲਾਮ। ਟਵਾਣਾ ਜੀ, ਮੈਂ ਇੱਕ ਸਵਾਲ ਹੁਣ ਮੈਨੂੰ ਹੋਰ ਜੋੜਨਾ ਪੈ ਗਿਆ। ਗੱਲ ਇਹ ਹੈ, ਮੈਂ ਸਮਝ ਸਕਦਾ ਤੁਸੀਂ ਵੀ ਜਿਹੜੇ ਗੀਤਕਾਰ ਨੇ ਨਾ ਜੀ, ਤੇ ਹੁਣ ਤਾਂ ਪਹਿਲਾਂ ਵੀ ਹੈ ਵੀ ਉਹ ਸਿੰਗਰ ਵੀ ਬਣਦੇ ਨੇ, ਤਾਂ ਤੁਸੀਂ ਹੁਣ ਦੇਖੋ ਆਵਾਜ਼ ਤਾਂ ਥੋੜੀ ਚੰਗੀ ਆ, ਅੱਛਾ ਇਹਦੇ ਵਿੱਚ ਆਪਾਂ ਇਹ ਹੁਣ ਦਰਸ਼ਕਾਂ ਨੇ ਜੇ ਪਾਸ ਕਰਦੀ ਫਿਰ ਕੋਈ ਗੱਲ ਨਹੀਂ, ਹੁਣ ਕਿਹੜਾ ਔਖਾ ਕੰਮ ਹੈ। ਹਾਂ, ਵੀ ਪਹਿਲਾਂ ਤੁਸੀਂ ਆਪ ਨਹੀਂ ਕਦੇ ਟਰਾਈ ਕੀਤਾ? ਨਹੀਂ, ਹੁਣ ਤਾਂ ਇਹ ਹੈ ਵੀ ਜਿਹੜੇ ਗੀਤ ਲਿਖਣ ਵਾਲੇ ਨੇ ਉਹ ਗਾਇਕ ਵੀ ਬਣ ਚੁੱਕੇ ਨੇ। ਨਹੀਂ, ਜੇ ਹੁਣ ਜਦੋਂ ਹੁਣ ਤੁਸੀਂ ਇੰਟਰਵਿਊ ਪਾਓਗੇ, ਜੇ ਥੱਲੇ ਉਹਦੇ ਕਮੈਂਟ 'ਚ ਇਹ ਆ ਗਿਆ ਵੀ ਭਾਈ ਗਾ ਲਿਆ ਕਰ, ਫਿਰ ਗਾ ਵੀ ਲਿਆ ਕਰਾਂਗੇ। ਹੁਣ ਤਾਂ ਕੰਮ ਸੌਖਾ ਹੈ ਟਵਾਣਾ ਜੀ, ਹੁਣ ਤਾਂ ਬਹੁਤ ਸੌਖਾ ਕੰਮ ਆ। ਹੁਣ ਤਾਂ ਮਸ਼ੀਨਾਂ ਆ ਗਈਆਂ ਜਿਹਦੀ ਆਵਾਜ਼ ਮਤਲਬ ਪਛਾਣ ਨਹੀਂ ਹੁੰਦੀ, ਖਾੜਿਆਂ 'ਚ ਕੁਝ ਹੋਰ ਹੈ, ਤੇ ਜਦੋਂ ਕੰਪਿਊਟਰ ਤੇ ਸਾਰਾ ਕੁਝ ਫਿਲਟਰ ਕਰਕੇ ਉਹ ਤਾਂ ਕਹਿੰਦੇ ਤੁਸੀਂ ਗੀਤ ਬੋਲ ਜੋ ਜੀ, ਬਸ ਤੁਸੀਂ ਬੋਲ ਜੋ, ਇੱਕ ਇੱਕ ਪੈਰਾ ਇੱਕ ਇੱਕ ਲਾਈਨ ਬੋਲ ਦੋ, ਅਸੀਂ ਆਪ ਐਡਿਟ ਕਰਕੇ ਜੋੜ ਦੇਣਾ ਹੈ। ਬੜਾ ਸੂਤ ਆਇਆ ਸਾਰਾ, ਬੜਾ ਸੂਤ ਆਇਆ ਕੰਮ। ਟਵਾਣਾ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਬਹੁਤ ਮੁਹੱਬਤ ਭਰੀਆਂ ਗੱਲਾਂ ਕਰਨ ਦੇ ਲਈ। ਤੇ ਇੱਕ ਹੁਣ ਹਕੀਕਤ ਜਿਹੜਾ ਤੁਸੀਂ ਸੁਣਾਇਆ ਉਹਦੇ ਲਈ ਸਾਨੂੰ ਮੈਂ ਮੁੜ ਤੋਂ ਦੂਜੀ ਵਾਰ ਧੰਨਵਾਦ ਕਹਿਣਾ। ਨਹੀਂ, ਪਹਿਲਾਂ ਤੁਸੀਂ ਸਾਰਾ ਇਕੱਲਾ ਦੂਜੇ ਤਰ੍ਹਾਂ ਸੁਣਾਇਆ, ਪਰ ਗੁਣਗੁਣਾ ਕੇ ਸੁਣਾਇਆ ਜਿਹੜਾ, ਇਹ ਤਾਂ ਗੱਲ ਬਣਾਤੀ ਜੀ ਜੀ। ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਸ਼ੁਕਰੀਆ। ਔਰ ਮੈਂ ਵਿਜ਼ਨ ਪੰਜਾਬ TV ਦਾ ਬਹੁਤ ਸ਼ੁਕਰੀਆ, ਪੂਰੀ ਟੀਮ ਦਾ ਬਹੁਤ ਸ਼ੁਕਰੀਆ, ਸਾਰੇ ਹੀ ਦਰਸ਼ਕਾਂ ਸਰੋਤਿਆਂ ਦਾ ਬਹੁਤ ਸ਼ੁਕਰੀਆ, ਜਿਹੜੇ ਹਮੇਸ਼ਾ ਹੀ ਮੈਨੂੰ ਹੱਲਾਸ਼ੇਰੀਆਂ ਦਿੰਦੇ ਆ, ਮੇਰੇ ਗੀਤਾਂ ਨੂੰ ਪਿਆਰ ਦਿੰਦੇ ਆ, ਅਸੀਸਾਂ ਦਿੰਦੇ ਆ, ਮੁਹੱਬਤ ਦਿੰਦੇ ਆ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦੇ ਸਾਹਿਤ ਦੇ ਸੰਗ ਪ੍ਰੋਗਰਾਮ ਦੇ ਵਿੱਚ ਗੱਲਬਾਤ ਕੀਤੀ ਮਨਪ੍ਰੀਤ ਟਵਾਣਾ ਜੀ ਦੇ ਨਾਲ। ਬੜੀਆਂ ਖੂਬਸੂਰਤ ਗੱਲਾਂ ਸਨ, ਤੇ ਨਾਲ ਦੀ ਨਾਲ ਉਹਨਾਂ ਨੇ ਆਪਣੀਆਂ ਰਚਨਾਵਾਂ ਸੁਣਾ ਕੇ ਵੀ ਪ੍ਰੋਗਰਾਮ ਦੇ ਵਿੱਚ ਰੰਗ ਭਰ ਦਿੱਤਾ। ਗੱਲ ਇਹੀ ਮੁੱਕਦੀ ਹੈ ਕਿ ਭਾਵੇਂ ਅੱਜ ਕੱਲ੍ਹ ਸਾਹਿਤ ਚੱਕ ਦੇ ਅਦਾਰਿਆਂ ਨੇ ਗੀਤਕਾਰਾਂ ਨੂੰ ਸਾਹਿਤ ਤੋਂ ਵੱਖਰਾ ਕਰ ਦਿੱਤਾ ਹੈ, ਤਾਂ ਇੱਕ ਤਰਾਸਦੀ ਹੈ। ਪਰ ਜੇਕਰ ਦੇਖਿਆ ਜਾਵੇ ਤਾਂ ਇਸ ਦੇ ਵਿੱਚ ਜੋ ਵਿੱਥ ਬਣਦੀ ਜਾ ਰਹੀ ਹੈ, ਇਸ ਨੂੰ ਮਿਟਾਉਣ ਦੀ ਕੋਸ਼ਿਸ਼ ਹੋਣੀ ਚਾਹੀਦੀ ਆ, ਕਿਉਂਕਿ ਭਾਵੇਂ ਉਹ ਸਾਹਿਤਕ ਰਚਨਾਵਾਂ ਨੇ, ਭਾਵੇਂ ਉਹ ਗੀਤ ਨੇ, ਗੱਲ ਉਹ ਸਮਾਜ ਦੀ ਉਹ ਕਰਦੇ ਨੇ। ਤਾਂ ਕਦੇ ਵੀ ਇਹਨਾਂ ਗੀਤਾਂ ਨੂੰ, ਗੀਤਕਾਰਾਂ ਨੂੰ ਸਾਹਿਤਕ ਵਿਧਾ ਤੋਂ ਪਾਸੇ ਹਟ ਕੇ ਨਹੀਂ ਸੋਚਣਾ ਚਾਹੀਦਾ। ਇਹ ਵੀ ਇੱਕ ਚੀਜ਼ ਦਾ ਹਿੱਸਾ ਹਨ। ਸੋ ਜੇਕਰ ਲੋਕਾਂ ਦੇ ਦਿਲਾਂ ਦੀ ਗੱਲ ਸਭ ਤੋਂ ਜ਼ਿਆਦਾ ਲੋਕਾਂ ਦੇ ਵਿੱਚ ਮਕਬੂਲ ਹੁੰਦੀ ਹੈ, ਤਾਂ ਉਹ ਗੀਤਕਾਰੀ ਦੀ ਕਲਾਕਾਰੀ ਹੀ ਹੈ। ਸੋ ਉਮੀਦ ਕਰਦਾ ਕਿ ਤੁਸੀਂ ਵੀ ਇਸ ਗੱਲਬਾਤ ਦਾ ਪੂਰਾ ਆਨੰਦ ਮਾਣਿਆ ਹੋਵੇਗਾ। ਸੋ ਇਸੇ ਤਰ੍ਹਾਂ ਇੱਕ ਨਵੇਂ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਸਾਹਿਤਕਾਰ ਦੇ ਨਾਲ, ਕਲਮਕਾਰ ਦੇ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ। ਜਦ ਤੱਕ ਮੈਨੂੰ ਕਰਨਵੀਰ ਸਿੰਘ ਨੂੰ ਦਿਓ ਇਜਾਜ਼ਤ। ਤੁਸੀਂ ਬਣੇ ਰਹੋ ਵਿਜ਼ਨ ਪੰਜਾਬ ਦੇ ਨਾਲ, ਹਰ ਕਦਮ ਤੁਹਾਡੇ ਨਾਲ। ਸਤਿ ਸ਼੍ਰੀ ਅਕਾਲ।